ਏਸ਼ੀਆ ਟੀਵੀ ਤੇ ਆਪ ਸਭ ਦਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਬਾਤ ਤੇ ਮੈਂ ਤੁਹਾਡਾ ਹੋਸਟ ਨਰਿੰਦਰਜੀਤ ਸਿੰਘ ਹੀਰ। ਤੇ ਸਾਰਿਆਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਸਮੁੱਚੀ ਏਸ਼ੀਆ ਟੀਵੀ ਦੀ ਟੀਮ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਤੇ ਪ੍ਰੋਗਰਾਮ ਵਿੱਚ ਅੱਜ ਮੇਰੇ ਨਾਲ ਗੱਲਬਾਤ ਵਿੱਚ ਸ਼ਾਮਲ ਹਨ ਜਸਜੀਤ ਸਿੰਘ ਜੀ ਧਾਮੀ ਸਾਹਿਬ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਤੇ ਤੁਹਾਡੇ ਦਰਸ਼ਕਾਂ ਨੂੰ ਤੇ ਤੁਹਾਨੂੰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਗੁਰੂ ਮਹਾਰਾਜ ਅੱਗੇ ਅਰਦਾਸ ਹੈ ਵੀ ਜਿਹੜੇ ਇਸ ਕੋਵਿਡ ਦੀ ਬਿਮਾਰੀ ਦੇ ਵਿੱਚ ਲੋਕੀ ਫਸੇ ਪਏ ਆ, ਡਰੇ ਪਏ ਆ, ਉਹਦੇ ਵਿੱਚੋਂ ਗੁਰੂ ਮਹਾਰਾਜ ਬਹੁਤ ਜਲਦੀ ਕੱਢ ਦੇਣ ਤਾਂ ਜੋ ਹਰੇਕ ਬੰਦਾ ਨੋਰਮਲ ਆਪਣੀ ਜ਼ਿੰਦਗੀ ਬਤੀਤ ਕਰ ਸਕੇ। ਠੀਕ ਹੈ ਜੀ। ਜੀ ਸੋ ਧਾਮੀ ਸਾਹਿਬ, ਅੱਜ ਆਪਾਂ ਜਿਹੜੀ ਪਹਿਲੀ ਖਬਰ ਹੈ ਗੁਰੂ ਨਾਨਕ ਦੇਵ ਪ੍ਰਕਾਸ਼ ਦਿਹਾੜੇ ਨਾਲ ਸ਼ੁਰੂ ਕਰਾਂਗੇ ਜੀ। ਤੇ ਕੈਲਗਰੀ ਵਿੱਚ ਦਸ਼ਮੇਸ਼ ਕਲਚਰ ਸੈਂਟਰ ਦੇ ਵਿੱਚ ਜਿਹੜਾ ਗੁਰੂ ਨਾਨਕ ਦੇਵ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਜੀ ਤੇ ਕਮੇਟੀ ਵੱਲੋਂ ਕੁਝ ਐਲਾਨ ਕੀਤੇ ਗਏ ਜੀ, ਉਹ ਥੋੜੇ ਦੱਸੋ ਕੀ ਉਹਨਾਂ ਨੇ ਕਿਹਾ। ਹਾਂਜੀ ਭਾਜੀ, ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਤੇ ਹੋਰ ਵੀ ਦੇਸ਼ ਵਿਦੇਸ਼ ਦੇ ਗੁਰੂ ਘਰਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਵਿਦੇਸ਼ਾਂ ਦੇ ਵਿੱਚ ਬੇਸ਼ੱਕ ਕੋਵਿਡ ਦਾ ਕਰਕੇ ਭਾਜੀ ਜ਼ਿਆਦਾ ਸੰਗਤ ਨੂੰ ਬੈਠਣ ਲਈ ਨਹੀਂ ਉੱਥੇ ਕਿਹਾ ਗਿਆ। ਠੀਕ ਹੈ ਜੀ। ਜਿੱਦਾਂ ਹੁਣ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੀ ਆਪਾਂ ਜੇ ਗੱਲ ਕਰੀਏ ਤੇ ਸੰਗਤ ਆਉਂਦੀ ਸੀ ਡਿਸਟੈਂਸ ਦੇ ਨਾਲ, ਬਿਲਕੁਲ ਸਿਹਤ ਵਿਭਾਗ ਦੀਆਂ ਜਿਹੜੀਆਂ ਹਦਾਇਤਾਂ ਸੀ ਉਹਨੂੰ ਇਨ ਪਿੰਨ ਪਾਲਣਾ ਕੀਤੀ ਗਈ ਹੈ ਜੀ। ਸੈਨੀਟਾਈਜ਼ਰ ਜਿੱਥੋਂ ਦੀ ਸੰਗਤ ਪਰਿਕਰਮਾ ਕਰਦੀ ਸੀ ਉੱਥੇ ਵੀ ਸੈਨੀਟਾਈਜ਼ਰ ਕੀਤਾ ਜਾਂਦਾ ਸੀ ਨਾਲ। ਜਿੱਦਾਂ ਵੀ ਇੱਕ ਵਾਰੀ ਸੰਗਤ ਗੇੜਾ ਮਾਰ ਗਈ ਮਹਾਰਾਜ ਦੇ ਸਰੂਪ ਦੇ ਬੈਕ ਤੇ ਜਿੱਦਾਂ ਉੱਥੇ ਸੈਨੀਟਾਈਜ਼ਰ ਕਰ ਦਿੰਦੇ ਸੀ। ਠੀਕ ਹੈ। ਫਿਰ ਮਹਾਰਾਜ ਦੇ ਸਰੂਪ ਦੇ ਮੋਹਰੇ ਵੀ ਸੈਨੀਟਾਈਜ਼ਰ ਰੱਖਿਆ ਸੀ ਕੋਲ। ਠੀਕ ਹੈ ਜੀ। ਇਦਾਂ ਹੀ ਬਾਹਰ ਮੇਨ ਡੋਰ ਦੇ ਉੱਤੇ ਠੀਕ ਹੈ ਜੀ ਇੱਕ ਡੋਰ ਥਣੀ ਐਂਟਰ ਹੁੰਦੇ ਸੀ ਸੰਗਤ, ਆਪਣਾ ਮੱਥਾ ਟੇਕ ਕੇ ਪ੍ਰਸ਼ਾਦ ਰੱਖਿਆ ਸੀ, ਆਪੇ ਉੱਥੋਂ ਪ੍ਰਸ਼ਾਦ ਲੈ ਲੈਂਦੇ ਸੀ। ਜਿੱਦਾਂ ਹੁਣ ਵੀ ਟੱਚ ਨਹੀਂ ਕੀਤਾ ਜਾ ਸਕਦਾ ਤੇ ਬਾਹਰ ਦੂਸਰੇ ਡੋਰ ਰਾਹੀਂ ਸੰਗਤ ਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ। ਤੇ ਉਸ ਮੌਕੇ ਤੇ ਜਿੱਦਾਂ ਪ੍ਰਧਾਨ ਸਾਹਿਬ ਅਮਰਪ੍ਰੀਤ ਸਿੰਘ ਹੁਣਾਂ ਨਾਲ ਵੀ ਗੱਲ ਹੋਈ ਆ ਤੇ ਉਹਨਾਂ ਨੇ ਕਿਹਾ ਵੀ ਪਹਿਲਾਂ ਸੰਗਤਾਂ ਨੂੰ ਉਹਨਾਂ ਨੇ ਵਧਾਈ ਦਿੱਤੀ ਆ। ਠੀਕ ਹੈ। ਉਹ ਕਹਿੰਦੇ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਸਮੂਹ ਸੰਗਤ ਦਾ ਜਿਨ੍ਹਾਂ ਨੇ ਸਾਨੂੰ ਇਸ ਜਿਹੜਾ ਕੋਵਿਡ ਦਾ ਜਿਹੜਾ ਪ੍ਰਕੋਪ ਚੱਲ ਰਿਹਾ ਉਹਦੇ ਵਿੱਚ ਬਹੁਤ ਸਹਿਯੋਗ ਦੇ ਰਹੇ ਆ। ਬਿਲਕੁਲ ਜੀ। ਠੀਕ ਹੈ ਨਾ ਜੀ। ਉਹ ਕਹਿੰਦੇ ਵੀ ਹਮੇਸ਼ਾ ਹੀ ਅਸੀਂ ਜਿਹੜੀ ਕੈਲਗਰੀ ਦੀ ਸੰਗਤ ਆ ਇਹਦੇ ऋणी ਰਵਾਂਗੇ ਤਾਂ ਕਿਉਂਕਿ ਸੰਗਤ ਹੀ ਸਹਿਯੋਗ ਦੇਊਗੀ ਤਾਂ ਕਮੇਟੀ ਕੰਮਕਾਰ ਕਰ ਸਕਦੀ। ਬਿਲਕੁਲ ਜੀ, ਬਿਲਕੁਲ। ਠੀਕ ਹੈ ਨਾ ਜੀ। ਤੇ ਇਸ ਮੌਕੇ ਤੇ ਭਾਜੀ ਅਸੀਂ ਗੱਲਬਾਤ ਕੀਤੀ ਆ ਜਿਹੜੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨੇ ਹਰਜੀਤ ਸਿੰਘ ਸਰੋਆ ਤੇ ਨਾਲ ਸੀਗੇ ਭਾਈ ਸਾਹਿਬ ਜੀ ਸਕੱਤਰ ਜਨਰਲ ਸਕੱਤਰ ਬਲਜਿੰਦਰ ਸਿੰਘ ਸੰਧੂ ਹੋਣੀ। ਠੀਕ ਹੈ ਜੀ। ਤੇ ਉਹਨਾਂ ਵੱਲੋਂ ਇੱਕ ਮੈਸੇਜ ਰਿਕਾਰਡ ਕੀਤਾ ਗਿਆ ਜੀ ਕਿਸਾਨਾਂ ਦੇ ਹੱਕ ਦੇ ਵਿੱਚ। ਠੀਕ ਹੈ ਜੀ। ਕਿਉਂਕਿ ਪਿਛਲੇ ਦਿਨਾਂ ਤੋਂ ਉਹ ਕਹਿੰਦੇ ਵੀ ਸੰਗਤ ਵੱਲੋਂ ਸਾਡੇ ਨਾਲ ਜਿਹੜੀ ਗੱਲਬਾਤ ਕੀਤੀ ਜਾ ਰਹੀ ਆ ਵੀ ਕੋਈ ਫੰਡ ਰੇਜ਼ਿੰਗ ਕੀਤਾ ਜਾਵੇ ਜਾਂ ਕਿਵੇਂ ਵੀ, ਇਹਦੇ ਬਾਰੇ ਉਹਨੇ ਕੋਈ ਸਪਸ਼ਟ ਹਜੇ ਨਹੀਂ ਗੱਲ ਕੀਤੀ ਵੀ ਜਿੱਦਾਂ ਸੰਗਤ ਕਹੂਗੀ ਉਸ ਹਿਸਾਬ ਦੇ ਨਾਲ ਅਸੀਂ ਉਹ ਕਾਰਜ ਕਰਾਂਗੇ। ਠੀਕ ਹੈ ਜੀ। ਦੂਜੀ ਗੱਲ ਉਹਨਾਂ ਨੇ ਜਿਹੜੀ ਕਹੀ ਆ ਵੀ ਇੰਡੀਆ ਦੇ ਵਿੱਚ ਸਾਡਾ ਜਿਹੜਾ ਉੱਥੇ ਰਾਬਤਾ ਹੈ ਕਾਇਮ, ਉਹਨਾਂ ਦੇ ਸੁਨੇਹੇ ਦੀ ਉਡੀਕ ਕਰ ਰਹੇ ਹਾਂ ਅਸੀਂ। ਠੀਕ ਹੈ ਜੀ। ਵੀ ਜੋ ਸਾਨੂੰ ਕਹਿਣਗੇ ਵੀ ਕਾਹਦੇ ਵਾਸਤੇ ਉੱਥੇ ਕਿਹੜੀਆਂ ਚੀਜ਼ਾਂ ਦੀ ਲੋੜ ਆ, ਫਿਲਹਾਲ ਉਹ ਸਾਨੂੰ ਕਹਿ ਰਹੇ ਵੀ ਹਜੇ ਸਾਨੂੰ ਲੋੜ ਨਹੀਂ। ਠੀਕ ਹੈ ਜੀ। ਠੀਕ ਹੈ ਜੀ। ਜਿੱਦਾਂ ਵੀ ਸਾਨੂੰ ਮੈਸੇਜ ਆਊਗਾ ਚੇਅਰਮੈਨ ਸਾਹਿਬ ਨੇ ਕਿਹਾ ਤੇ ਵੀ ਅਸੀਂ ਉਹਦੇ ਮੁਤਾਬਕ ਹੀ ਕੈਲਗਰੀ ਦੀ ਸੰਗਤ ਨੂੰ ਸੂਚਿਤ ਕਰਾਂਗੇ ਤੇ ਉਹਦੇ ਮੁਤਾਬਕ ਹੀ ਉਹ ਚੀਜ਼ ਜਿਹੜਾ ਕਾਰਜ ਕੀਤਾ ਜਾਊਗਾ ਵੀ ਉਹ ਚੀਜ਼ਾਂ ਉਹਨਾਂ ਨੂੰ ਭੇਜੀਆਂ ਜਾਣਗੀਆਂ। ਠੀਕ ਹੈ ਜੀ। ਜਿਹੜਾ ਹੀਰ ਸਾਹਿਬ ਆਪਾਂ ਮੈਸੇਜ ਰਿਕਾਰਡ ਕੀਤਾ ਉਹ ਆਪਾਂ ਹੁਣ ਆਪਣੇ ਦਰਸ਼ਕਾਂ ਦੇ ਨਾਲ ਉਹਨਾਂ ਦਾ ਸੁਨੇਹਾ ਜਿਹੜਾ ਸਾਂਝਾ ਕਰਦੇ ਹਾਂ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਸਾਰਿਆਂ ਨੂੰ ਹੀ ਆਪਾਂ ਨੂੰ ਪਤਾ ਹੈਗਾ ਆ, ਇੰਡੀਆ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਇੱਕ ਸੰਘਰਸ਼ ਵਿੱਢਿਆ ਹੋਇਆ, ਸਾਰੇ ਹੀ ਦਿੱਲੀ ਚੱਲੋ, ਦਿੱਲੀ ਪਹੁੰਚੇ ਹੋਏ ਹਨ। ਤਾਂ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਸਾਡਾ ਉੱਥੇ ਲਗਾਤਾਰ ਉਹਨਾਂ ਦੇ ਨਾਲ ਰਾਬਤਾ ਕਾਇਮ ਹੈ, ਜਿਹੜੀ ਸੰਘਰਸ਼ ਕਮੇਟੀ ਆ ਉਹਦੇ ਨਾਲ ਰਾਬਤਾ ਕਾਇਮ ਹੈਗਾ ਆ, ਤਾਂ ਉਹਨਾਂ ਦੀਆਂ ਹਦਾਇਤਾਂ ਦੇ ਨਾਲ ਅਸੀਂ ਕੁਛ ਦਿਨਾਂ ਦੇ ਵਿੱਚ ਹੀ, 1-2 ਦਿਨਾਂ ਦੇ ਵਿੱਚ ਕੈਲਗਰੀ ਦੀ ਸੰਗਤ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਜਾਊਗਾ ਜਿਹਦੇ ਵਿੱਚ ਜਿੱਦਾਂ ਵੀ ਉਹਨਾਂ ਦੀਆਂ ਇੰਸਟਰਕਸ਼ਨਸ ਹੋਈਆਂ, ਜੇ ਫੰਡ ਇਕੱਠੇ ਕਰਕੇ ਉਹਨਾਂ ਨੂੰ ਫੰਡ ਦੀ ਵੀ ਮਦਦ ਕੀਤੀ ਜਾਊਗੀ। ਹੋਰ ਜਿਸ ਤਰ੍ਹਾਂ ਦੀਆਂ ਵੀ ਉਹਨਾਂ ਵੱਲੋਂ ਹਦਾਇਤਾਂ ਸਾਨੂੰ ਹੋਈਆਂ ਅਸੀਂ ਉਸ ਹਿਸਾਬ ਦੇ ਨਾਲ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ
ਅਸੀਂ ਅਨਾਉਂਸ ਕਰਦੇ ਹਾਂ ਜੋ ਕੁਝ ਵੀ ਸਾਡੇ ਵੀਰ ਉੱਥੇ ਸੰਘਰਸ਼ ਕਰ ਰਹੇ ਹਨ, ਅਸੀਂ ਉਹਨਾਂ ਦੇ ਨਾਲ ਦਸ਼ਮੇਸ਼ ਕਲਚਰ ਸੈਂਟਰ ਤੇ ਕੈਲਗਰੀ ਦੀ ਸਿੱਖ ਸੰਗਤ ਸਾਰੀ ਹੀ ਉਹਨਾਂ ਦੇ ਨਾਲ ਇਸ ਟਾਈਮ ਦੇ ਵਿੱਚ ਸ਼ਾਮਲ ਹੈਗੇ ਹਾਂ। ਅਸੀਂ ਉਹਨਾਂ ਨੂੰ ਇੱਥੋਂ ਬੈਠੇ ਹੀ ਇਹੋ ਮੈਸੇਜ ਦਿੰਦੇ ਹਾਂ, ਤੁਸੀਂ ਵੀਰੋ ਤਕੜੇ ਹੋ ਕੇ ਆਪਣਾ ਮੋਰਚਾ ਲਾ ਕੇ ਰੱਖੋ। ਅਸੀਂ ਜਿੰਨੇ ਵੀ ਬਾਹਰ ਬੈਠੇ ਹੈਗੇ ਵੀਰ ਤੁਹਾਡੇ ਨਾਲ ਹੈਗੇ ਆ, ਕਿਉਂਕਿ ਆ ਕੁਝ ਕਰੋਨਾ ਦੇ ਕਾਰਨ ਪ੍ਰੋਬਲਮਾਂ ਹੈਗੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਇੱਥੇ ਰੂਬਰੂ ਨਹੀਂ ਸ਼ਾਮਲ ਹੋ ਸਕਦੇ, ਪਰ ਸਾਡੇ ਵੱਲੋਂ ਤੁਹਾਨੂੰ ਵਿਸ਼ਵਾਸ ਹੈਗਾ ਆ, ਅਸੀਂ 100% ਜਿੰਨੇ ਵੀ ਬਾਹਰ ਬੈਠੇ ਵੀਰ ਆ ਤੁਹਾਡੇ ਨਾਲ ਆ। ਤੁਸੀਂ ਤਕੜੇ ਹੋ ਕੇ ਸੰਘਰਸ਼ ਕਰੋ, ਤਕੜੇ ਹੋ ਕੇ ਲੜੋ, ਕਿਉਂਕਿ ਇਹ ਸਾਡਾ ਜਿਹੜਾ ਹੱਕ ਹੈਗਾ ਆ, ਜਿਹੜਾ ਸਾਡਾ ਐਜ਼ ਏ ਡੈਮੋਕ੍ਰੇਸੀ ਦਾ ਇੱਕ ਹੱਕ ਆ ਸਾਡਾ। ਜੇ ਕੋਈ ਸਾਡੇ ਨਾਲ ਧੱਕਾ ਹੋ ਰਿਹਾ ਆ, ਉੱਥੇ ਦੀਆਂ ਸਰਕਾਰਾਂ ਨੂੰ ਦੱਸਣਾ ਸਾਡਾ ਹੀ ਫਰਜ਼ ਹੈ। ਜੇਕਰ ਉਹ ਨਹੀਂ ਵੀ ਸੁਣਦੇ ਹਨ, ਉਹਨਾਂ ਨੂੰ ਸੁਣਾਉਣਾ ਹੈ, ਉਹਨਾਂ ਦੇ ਕੰਨਾਂ ਤਾਈਂ ਆਵਾਜ਼ ਪਹੁੰਚਾਉਣੀ ਆ। ਸਾਡਾ ਇੱਕ ਬਹੁਤ ਵੱਡਾ ਤੁਹਾਡਾ ਉਪਰਾਲਾ ਆ। ਤੁਸੀਂ ਧੰਨਵਾਦ ਆ ਤੁਹਾਡਾ, ਜਿਹੜਾ ਤੁਸੀਂ ਸਾਰੇ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਵਾਸਤੇ ਐਡਾ ਵੱਡਾ ਸੰਘਰਸ਼ ਵੀਰੋ ਸ਼ੁਰੂ ਕੀਤਾ ਹੈਗਾ ਆ। ਤਾਂ ਜਿੱਦਾਂ ਵੀ ਹੈਗਾ ਆ, ਸਾਡੇ ਵੱਲੋਂ ਜਿੰਨੀ ਵੀ ਤੁਹਾਨੂੰ ਮਦਦ ਚਾਹੀਦੀ ਆ, ਸਾਡੀ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ। ਅਸੀਂ ਉਸ ਤਰ੍ਹਾਂ ਦੀ ਉਸ ਹਿਸਾਬ ਨਾਲ ਜ਼ਰੂਰ ਹਰ ਤਰ੍ਹਾਂ ਦੀ ਹੈਲਪ ਕਰਾਂਗੇ। ਕੁਛ ਦਿਨਾਂ ਦੇ ਵਿੱਚ ਹੀ ਅਸੀਂ ਇੱਥੋਂ ਅਨਾਉਂਸ ਗੁਰਦੁਆਰਾ ਸਾਹਿਬ ਤੋਂ ਕਰਾਂਗੇ, ਤਾਂ ਆਪਾਂ ਜੋ ਵੀ ਜਿਸ ਤਰ੍ਹਾਂ ਦਾ ਵੀ ਉਹਨਾਂ ਦੀਆਂ ਹੈਗੀਆਂ ਹਦਾਇਤਾਂ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਾਡੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਚੇਅਰਮੈਨ ਸਾਹਿਬ ਨੇ ਪਹਿਲਾਂ ਦੱਸਿਆ ਹੈ ਵੀ ਸਾਡਾ ਜੋ ਸੰਘਰਸ਼ ਕਮੇਟੀ ਹੈ, ਜੋ ਕਿਸਾਨਾਂ ਵਾਸਤੇ ਸੰਘਰਸ਼ ਕਰ ਰਹੇ ਹਨ ਸਾਰੇ ਕਿਸਾਨ, ਉਹਨਾਂ ਨਾਲ ਰਾਬਤਾ ਲਗਾਤਾਰ ਕਾਇਮ ਹੈ। ਅਤੇ ਉਸ ਵਾਸਤੇ ਅਸੀਂ ਵੀ ਗੁਰਦੁਆਰਾ ਸਾਹਿਬ ਵੱਲੋਂ ਕੁਝ ਨਾ ਕੁਝ ਉਹਨਾਂ ਦੀ ਹੈਲਪ ਕਰਨੀ ਹੈ ਅਤੇ ਕਰਨ ਨੂੰ ਤਿਆਰ ਬੈਠੇ ਹਾਂ। ਪਰ ਉਹਨਾਂ ਨੇ ਕਿਹਾ ਵੀ ਕੁਝ ਕੁ ਦਿਨ ਵੇਟ ਕਰੋ, ਅਸੀਂ ਦੱਸਾਂਗੇ ਕਿਹੜੇ ਤਰੀਕੇ ਨਾਲ ਹੈਲਪ ਕਰਨੀ। ਅਸੀਂ ਉਹਨਾਂ ਦੀ ਹਦਾਇਤ ਦੀ ਵੇਟ ਕਰਕੇ ਅਸੀਂ ਉਸ ਕਰਕੇ ਰੁਕੇ ਹੋਏ ਹਾਂ, ਪਰ ਸਾਡੇ ਵੱਲੋਂ ਰੈਡੀ ਹੈ, ਸਾਰੀ ਸੰਗਤ ਵੀ ਤਿਆਰ ਹੈ ਕਿ ਅਸੀਂ ਉਹਨਾਂ ਕਿਸਾਨਾਂ ਦੀ ਵੱਧ ਤੋਂ ਵੱਧ ਹੈਲਪ ਕਰੀਏ। ਕਿਉਂਕਿ ਜੋ ਮੋਦੀ ਸਰਕਾਰ ਨੇ 3 ਕਾਨੂੰਨ ਜੋ ਕਿਸਾਨਾਂ ਵਾਸਤੇ ਘਾਤਕ ਹਨ ਉਹ ਬਣਾਏ ਹਨ। ਸਾਰੀ ਪੰਜਾਬ ਦੇ, ਹਰਿਆਣੇ ਦੇ, ਰਾਜਸਥਾਨ ਦੇ, ਯੂਪੀ ਦੇ ਕਿਸਾਨ, ਜਿੰਨੇ ਵੀ ਕਿਸਾਨ ਹਨ, ਉਹਨਾਂ ਜੋ ਕਾਨੂੰਨ ਆ ਉਹਨਾਂ ਨੂੰ ਨਹੀਂ ਮਨਜ਼ੂਰ ਕਰਦੇ। ਉਹ ਚਾਹੁੰਦੇ ਆ ਕਿ ਸਾਡੇ ਵਾਸਤੇ ਉਹ ਘਾਤਕ ਹਨ। ਇਸ ਕਰਕੇ ਸਾਰੇ ਕਿਸਾਨ ਇਹਨਾਂ ਦੇ ਵਿਰੁੱਧ ਹਨ ਅਤੇ ਇਸ ਕਰਕੇ ਸਰਕਾਰ 'ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਉਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਇਸ ਦੇ ਸੰਬੰਧ ਵਿੱਚ ਖਾਸ ਤੌਰ 'ਤੇ ਅਸੀਂ ਕੈਲਗਰੀ ਦੀ ਗੱਲ ਕਰਦੇ ਹਾਂ। ਕੈਲਗਰੀ ਦੀ ਇੱਕ ਬਹੁਤ ਵੱਡੀ ਰੈਲੀ ਪਹਿਲਾਂ ਹੋਈ ਸੀ, ਉਹਦਾ ਸਾਰਾ ਪ੍ਰਬੰਧ ਹੀ ਗੁਰਦੁਆਰਾ ਸਾਹਿਬ ਵਿਖੇ ਹੋਇਆ ਸੀ। ਉਹਨਾਂ ਨੂੰ ਲੰਗਰ ਪਾਣੀ ਦਾ ਪ੍ਰਬੰਧ ਉਹ ਜੋ ਪ੍ਰੈਰੀਵੈਂਟ ਪਾਰਕ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਪਹੁੰਚੀ ਸੀ, ਗੁਰਦੁਆਰਾ ਸਾਹਿਬ ਵੱਲੋਂ ਉਹਨਾਂ ਦਾ ਸਾਰਾ ਪ੍ਰਬੰਧ ਕੀਤਾ ਗਿਆ ਸੀ। ਲੰਗਰ ਪਾਣੀ ਦਾ, ਚਾਹ ਪਾਣੀ ਦਾ ਪ੍ਰਬੰਧ ਕੀਤਾ ਸੀ। ਇੱਕ ਬਹੁਤ ਵੱਡੀ ਰੈਲੀ ਕੱਲ੍ਹ ਵੀ ਜੈਂਟਸ ਸੈਂਟਰ ਤੋਂ ਲੈ ਕੇ ਡਾਊਨ ਤੱਕ ਹੋਈ ਸੀ, ਤਾਂ ਜੋ ਅਸੀਂ ਇਹ ਦੱਸ ਸਕੀਏ ਕਿ ਸਾਰੇ ਪ੍ਰਵਾਸੀ ਪੰਜਾਬੀ ਅਸੀਂ ਉਹਨਾਂ ਦੇ ਨਾਲ ਹਾਂ, ਕਿਸਾਨਾਂ ਦੇ ਨਾਲ ਖੜ੍ਹੇ ਹਾਂ। ਕਿਉਂਕਿ ਸਾਡਾ ਵੀ ਪਿਛੋਕੜ ਕਿਸਾਨਾਂ ਨਾਲ ਹੀ ਹੈ, ਅਸੀਂ ਵੀ ਕਿਸਾਨਾਂ ਦੇ ਪੁੱਤਰ ਹਾਂ, ਅਸੀਂ ਵੀ ਉਹਨਾਂ ਦੇ ਨਾਲ ਹਰੇਕ ਤਰ੍ਹਾਂ ਉਹਨਾਂ ਦੇ ਨਾਲ ਹਾਂ। ਇੱਕ ਦੂਜੀ ਵੱਡੀ ਗੱਲ ਅਸੀਂ ਇਹ ਕਰਨ ਲੱਗੇ ਹਾਂ, ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਅਸੀਂ ਇੱਕ ਮੰਗ ਪੱਤਰ ਕੈਨੇਡਾ ਸਰਕਾਰ ਨੂੰ ਦੇ ਰਹੇ ਹਾਂ ਕਿ ਉਹਨਾਂ ਕਿਸਾਨਾਂ ਦੀ ਮਦਦ ਕੈਨੇਡਾ ਸਰਕਾਰ ਆਪਦੇ ਤੌਰ 'ਤੇ ਜ਼ਰੂਰ ਕਰੇ। ਇਸ ਕਰਕੇ ਅਸੀਂ ਉਹ ਮੰਗ ਪੱਤਰ ਤਿਆਰ ਕਰਕੇ ਉਹਨਾਂ ਨੂੰ ਭੇਜਿਆ ਹੋਇਆ ਹੈ ਅਤੇ ਸਾਰੇ ਗੁਰਦੁਆਰਾ ਸਾਹਿਬ ਨੇ ਇਸੇ ਕਰਕੇ ਲੱਗੇ ਹੋਏ ਹਨ ਕਿ ਉਹਨਾਂ ਕਿਸਾਨਾਂ ਦਾ ਜੋ ਸੰਘਰਸ਼ ਹੈ ਉਹ ਪੂਰੀ ਚੜ੍ਹਦੀ ਕਲਾ ਨਾਲ ਚੱਲੇ। ਅਤੇ ਨਾਲ ਅਸੀਂ ਉਹਨਾਂ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ, ਘਬਰਾਉਣ ਦੀ ਕੋਈ ਲੋੜ ਨਹੀਂ। ਜਿੰਨੇ ਵੀ ਪ੍ਰਵਾਸੀ ਪੰਜਾਬੀ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਹਨ, ਤੁਹਾਡੇ ਨਾਲ ਹਨ। ਅਸੀਂ ਤੁਹਾਡੇ ਸੰਘਰਸ਼ ਨਾਲ, ਤੁਹਾਡੀ ਕੁਰਬਾਨੀ ਨਾਲ ਸਾਡਾ ਸਿਰ ਝੁਕਦਾ ਹੈ। ਤੁਸੀਂ ਕਿਵੇਂ ਠੰਡ ਦੇ ਵਿੱਚ ਉੱਥੇ ਵੱਡੀ ਕੁਰਬਾਨੀ ਕਰ ਰਹੇ ਹੋ, ਬਾਹਰ ਬੈਠੇ ਹੋ, ਲੰਗਰ ਪਾਣੀ ਦਾ ਪ੍ਰਬੰਧ ਵੀ ਉੱਡਾ ਨਹੀਂ। ਅਸੀਂ ਮਤਲਬ ਇਹੀ ਕੋਸ਼ਿਸ਼ ਸਾਡੀ ਚੱਲ ਰਹੀ ਹੈ ਕਿ ਅਸੀਂ ਚਾਹੁੰਦੇ ਸੀ ਉਹਨਾਂ ਨੂੰ ਦਵਾਈਆਂ ਦੀ ਲੋੜ ਹੈ, ਜਾਂ ਪਤਾ ਲੱਗੇ ਕਿ ਉਹਨਾਂ ਦੇ ਪਾਣੀ ਦੀ ਘਾਟ ਆ ਰਹੀ ਹੈ, ਅਸੀਂ ਕੋਈ ਨਾ ਕੋਈ ਪ੍ਰਬੰਧ ਕਰਕੇ ਇੱਥੋਂ ਪੈਸੇ ਘੱਲਾਂਗੇ, ਜਾਂ ਕੋਈ ਵਲੰਟੀਅਰਾਂ ਨੂੰ ਕਹਾਂਗੇ ਇਹ ਸਾਰੇ ਪ੍ਰਬੰਧ ਕੀਤੇ ਜਾਣ। ਜਿਵੇਂ ਵੀ ਸਾਨੂੰ ਕਿਸਾਨ ਕਹਿਣਗੇ ਉਸੇ ਤਰ੍ਹਾਂ ਕਰਾਂਗੇ। ਅਸੀਂ ਤਨੋਂ ਮਨੋਂ ਉਹਨਾਂ ਕਿਸਾਨਾਂ ਦੇ ਨਾਲ ਹਾਂ ਅਤੇ ਅਰਦਾਸ ਵੀ ਕਰਦੇ ਹਾਂ ਗੁਰੂ ਪਾਤਸ਼ਾਹ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੀਰ ਸਾਹਿਬ, ਇਹ ਜਿਹੜਾ ਆਪਾਂ ਸੁਨੇਹਾ ਸਾਂਝਾ ਕੀਤਾ, ਹਾਂਜੀ, ਇਹ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਤੋਂ ਜਿਹੜੇ ਚੇਅਰਮੈਨ ਸਾਹਿਬ ਤੇ ਸਕੱਤਰ ਤੇ ਨਾਲ ਮੈਂਬਰ ਸਾਹਿਬਾਨ, ਹਾਂਜੀ, ਇਹ ਉਹਨਾਂ ਵੱਲੋਂ ਸੀਗਾ ਜੀ। ਜਗਜੀਤ ਸਿੰਘ ਜੱਗੇ ਹੁਣੀ ਸੀਗੇ ਹਾਜ਼ਰ, ਹਾਂਜੀ, ਹਾਂਜੀ, ਅਮਰਜੀਤ ਬਰਾੜ ਹੁਣੀ ਸੀਗੇ। ਉਹਨਾਂ ਨੇ ਇਹ ਸੁਨੇਹਾ ਸਾਨੂੰ ਦਿੱਤਾ ਸੀ ਬਈ ਦਰਸ਼ਕਾਂ ਤੱਕ, ਸੰਗਤ ਤੱਕ ਪਹੁੰਚ ਜਾਏ। ਠੀਕ ਹੈ ਜੀ। ਤੇ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਵੀ ਕੋਈ ਵੀ ਕਦੀ ਸੁਨੇਹਾ ਕਿਸੇ ਤਰ੍ਹਾਂ ਦਾ ਵੀ ਹੁੰਦਾ ਆ ਜਿਹੜਾ ਕਿ ਆਪਾਂ ਕਮਿਊਨਿਟੀ ਨੂੰ ਸੂਚਿਤ ਕਰਨਾ ਹੁੰਦਾ, ਹਾਂਜੀ, ਹਾਂਜੀ, ਤੇ ਸਾਨੂੰ ਜਦੋਂ ਮਰਜ਼ੀ ਤੁਸੀਂ ਕਹਿ ਸਕਦੇ ਆ ਤੇ ਅਸੀਂ ਸਾਡੀ ਸੇਵਾ ਲਈ ਹਾਜ਼ਰ ਹਾਂ ਜੀ। ਬਿਲਕੁਲ ਜੀ, ਬਿਲਕੁਲ ਜੀ। ਸੋ ਧਾਮੀ ਸਾਹਿਬ, ਹੁਣ ਗੱਲ ਕਰਾਂਗੇ ਜੀ, ਵਰਲਡ ਕੈਂਸਰ ਕੇਅਰ ਨੇ ਧਰਨਾਕਾਰੀਆਂ ਨੂੰ ਦਵਾਈਆਂ, ਫ੍ਰੀ ਦਵਾਈਆਂ ਦੇਣ ਦਾ ਐਲਾਨ ਕੀਤਾ ਜੀ। ਹਾਜੀ ਭਾਜੀ, ਆਪਣੇ ਨਾ ਵਰਲਡ
ਕੈਂਸਰ ਕੇਅਰ ਵਰਲਡ ਕੇਅਰ ਕੈਂਸਰ ਜਿਹੜੇ ਆ ਇਹ ਕੁਲਵੰਤ ਸਿੰਘ ਧਾਰੀਵਾਲ ਸਾਹਿਬ ਹੋਣੀ ਆ ਜਿਹੜੇ ਕਰਤਾ ਧਰਤਾ ਆ। ਹਾਂਜੀ ਹਾਂਜੀ। ਤੇ ਸਾਡੇ ਤੋਂ ਕੈਲਗਰੀ ਤੋਂ ਅੰਕਲ ਜੀ ਸਤਿਕਾਰਯੋਗ ਸੰਤ ਸਿੰਘ ਧਾਰੀਵਾਲ ਉਹਨਾਂ ਦੇ ਵੱਡੇ ਸੁਪੁੱਤਰ ਨੇ। ਠੀਕ ਹੈ ਜੀ। ਅਕਸਰ ਕੈਲਗਰੀ ਆਉਂਦੇ ਜਾਂਦੇ ਰਹੇ ਨੇ। ਹਾਂਜੀ। ਪਿਛਲੇ ਦਿਨਾਂ ਤੋਂ ਬਹੁਤ ਚਿੰਤਤ ਸੀਗੇ, ਕਾਫੀ ਉਹਨਾਂ ਦੀਆਂ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਭਾਜੀ ਉਹ ਮੈਂ ਦੇਖੀਆਂ, ਜਿਹਦੇ ਵਿੱਚ ਉਹ ਪੰਜਾਬ ਦੇ ਦਰਦ ਨੂੰ, ਹਾਂਜੀ, ਜਿੱਦਾਂ ਲਾ ਲਓ ਬਈ ਬੇਸ਼ੱਕ ਉਹ ਕਿਸੇ ਕੈਂਸਰ ਆ ਕਿਸੇ ਨੂੰ, ਹਾਂਜੀ, ਜਾਂ ਕੋਈ ਹੋਰ ਬਿਮਾਰੀ ਆ ਜਿਹਦੇ ਲਈ ਇਲਾਜ ਲਈ ਉਹਨਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਟੀਮਾਂ ਬਣਾਤੀਆਂ। ਠੀਕ ਹੈ ਜੀ। ਹੁਣ ਉਹਨਾਂ ਨੇ ਇੱਕ ਗੱਲ ਜਿਹੜੀ ਨਵੀਂ ਮੇਰੇ ਸਾਹਮਣੇ ਆਈ ਆ, ਮੈਂ ਦੇਖੀ ਆ ਵੀ ਉਹ ਕਹਿੰਦੇ ਵੀ ਜਿਹੜੇ ਉੱਥੇ ਧਰਨਾਕਾਰੀ ਪਹੁੰਚੇ ਆ, ਹਾਂਜੀ, ਉਹਨਾਂ ਵਾਸਤੇ ਉਹਨਾਂ ਨੇ ਜਿਹੜੀ ਇਹ ਸੰਸਥਾ ਬਣੀ ਆ, ਹਾਂਜੀ, ਉਹਨਾਂ ਵੱਲੋਂ 1 ਕਰੋੜ ਰੁਪਈਆ, ਠੀਕ ਹੈ ਜੀ, ਉਸ ਧਰਨਾਕਾਰੀਆਂ ਲਈ ਜਿੱਥੇ ਕੋਈ ਬਿਮਾਰ ਹੋ ਜਾਂਦੇ ਬਜ਼ੁਰਗ, ਜਿੱਦਾਂ ਸੱਟਾਂ ਲੱਗ ਗਈਆਂ, ਹਾਂਜੀ ਹਾਂਜੀ, ਮੈਂ ਬਜ਼ੁਰਗ ਦੇਖੇ ਹੋਣੇ ਕੋਈ 80 85 90 ਸਾਲ ਦੇ, ਉਹਨਾਂ ਦੀ ਅੱਖ ਤੇ ਸੱਟ ਲੱਗੀ ਸੀਗੀ, ਹਾਂਜੀ ਹਾਂਜੀ, ਤੇ ਉਹ ਮੈਨੂੰ ਵੀ ਉਹ ਚੀਜ਼ ਨੂੰ ਚੰਗਾ ਨਹੀਂ ਲੱਗਾ, ਜਿੱਦਾਂ ਹਨਾ ਵੀ ਦੇਖੋ ਤੁਸੀਂ ਕੋਈ ਜਿਹੜੀ ਪੁਲਿਸ ਵਾਲੇ ਇੱਕ ਪਾਸੇ ਦਾ ਨਾਲ ਬੈਠ ਕੇ ਪ੍ਰਸ਼ਾਦਾ ਵੀ ਛਕਦੇ ਆ, ਹਾਂਜੀ ਠੀਕ ਆ, ਪ੍ਰਸ਼ਾਦਾ ਜਿੱਥੇ ਸਾਡੇ ਕਿਸਾਨ ਭਰਾ ਜਾਂ ਹੋਰ ਪਰਿਵਾਰ ਜਿਹੜੇ ਗਏ ਆ ਉੱਥੇ ਉਹ ਛਕ ਰਹੇ ਆ, ਉੱਥੇ ਬਾਹਰ ਕੇ ਉਹਨਾਂ ਨੂੰ ਪ੍ਰਸ਼ਾਦਾ ਵੀ ਛਕਾਉਂਦੇ ਆ, ਪਾਣੀ ਧਾਣੀ ਵੀ ਪਿਲਾਉਂਦੇ ਆ, ਫਿਰ ਉਹ ਮਾਰ ਲਗੇ ਨਹੀਂ ਦੇਖਦੇ ਵੀ ਬਜ਼ੁਰਗ ਆ, ਬਿਰਧ ਆ ਜਾਂ ਕਿੱਦਾਂ, ਹਨਾ। ਤੇ ਉਹਨਾਂ ਦੀ ਮਦਦ ਵਾਸਤੇ ਭਾਜੀ ਉਹਨਾਂ ਨੇ 1 ਕਰੋੜ ਰੁਪਈਆ ਐਲਾਨ ਕੀਤਾ ਆਪਣੀ ਇਸ ਸੰਸਥਾ ਵਰਲਡ ਕੇਅਰ ਕੈਂਸਰ ਜਿਹੜੀ ਸੰਸਥਾ ਉਹਦੇ ਵੱਲੋਂ। ਠੀਕ ਹੈ ਜੀ। ਤੇ ਉਹਨਾਂ ਨੇ ਨਾਲ ਇੱਕ ਹੋਰ ਵੀ ਕਿਹਾ ਵੀ ਅਕਸਰ ਉਹ ਜਿਹੜਾ ਲੰਗਰ ਦੀ ਗੱਲ ਕਰਦੇ ਨਾ ਭਾਜੀ, ਲੰਗਰ ਦੀ ਮਹੱਤਤਾ ਦੀ ਗੱਲ ਕਰਦੇ ਆ, ਉਹ ਕਹਿੰਦੇ ਸਾਨੂੰ ਹੁਣ ਲੋੜ ਆ ਪੰਜਾਬ ਦੇ ਵਿੱਚ ਦਵਾਈਆਂ ਦਾ ਲੰਗਰ ਲਾਉਣ ਦੀ। ਹਾਂਜੀ। ਇਸ ਚੀਜ਼ ਦੇ ਨਾਲ ਆਪਾਂ ਕੋਈ ਸਹਿਮਤ ਹੋ ਸਕਦਾ, ਕੋਈ ਨਹੀਂ ਵੀ ਹੋ ਸਕਦਾ, ਲੇਕਿਨ ਕੁਲਵੰਤ ਸਿੰਘ ਧਾਰੀਵਾਲ ਹੁਣਾਂ ਦੀ ਇਸ ਚੰਗੀ ਸੋਚ ਲਈ ਹਾਂਜੀ ਅਸੀਂ ਆਪਣੇ ਅਦਾਰੇ ਵੱਲੋਂ ਇਸ ਚੀਜ਼ ਦੀ ਸ਼ਲਾਘਾ ਵੀ ਕਰਦੇ ਹਾਂ, ਔਰ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਵੀ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ, ਜਿਹੜੇ ਕਿ ਚੰਗੇ ਕਾਰਜ ਵਾਸਤੇ ਕੁਲਵੰਤ ਸਿੰਘ ਧਾਰੀਵਾਲ ਹੁਣੀ ਇਹ ਕੰਮ ਲਈ ਅੱਗੇ ਵਧ ਰਹੇ ਆ। ਜਿੱਥੇ ਹੁਣ ਮੰਨ ਲਓ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ, ਤੇ ਉਸ ਸੰਸਥਾ ਵੱਲੋਂ ਜਿਹੜੀ ਉਹ ਵਰਲਡ ਜਿਹੜੀ ਹੈਗੀ ਆ ਕੈਂਸਰ ਕੇਅਰ ਹੈਗੀ ਆ, ਉਹਨਾਂ ਵੱਲੋਂ ਉਹਨਾਂ ਨੇ 1 ਕਰੋੜ ਰੁਪਏ ਦਾ ਮੈਡੀਸਨ ਸਹਾਇਤਾ ਜਾਂ ਹੋਰ ਸਹਾਇਤਾ ਦੇਣ ਦਾ ਐਲਾਨ ਕੀਤਾ। ਕਰੋੜ ਰੁਪਈਆ ਬਹੁਤ ਹੋ ਜਾਂਦਾ ਭਾਜੀ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਨਾ। ਤੇ ਇਸ ਕਰਕੇ ਨਾਲ ਹੀ ਉਹਨਾਂ ਨੇ ਇੱਕ ਸਾਹਿਬਜ਼ਾਦਿਆਂ ਦੇ ਜਦੋਂ ਹੁਣ ਸ਼ਹੀਦੀ ਦਿਹਾੜੇ ਆ ਰਹੇ ਨੇ ਹਨਾ ਫਤਿਹਗੜ੍ਹ ਸਾਹਿਬ, ਉੱਥੇ ਵੀ ਉਹ ਕਹਿੰਦੇ ਵੀ ਸਾਡਾ ਲਗਾਤਾਰ ਕੈਂਪ ਜਿਹੜੇ ਚੱਲਦੇ ਰਹਿੰਦੇ ਆ। ਠੀਕ ਹੈ ਜੀ। ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਨਾਲ, ਜੇ ਆਪਾਂ ਰਾਬਤਾ ਸਾਡਾ ਹੁੰਦਾ ਰਹਿੰਦਾ ਵੈਸੇ ਤਾਂ ਗੱਲਬਾਤ ਮੈਂ ਫੋਨ ਕਰ ਲੈਣਾ, ਪਰ ਫਿਰ ਵੀ ਅਸੀਂ ਉਹਨਾਂ ਨੂੰ ਲਿਆਉਣ ਦੇ ਸਟੂਡੀਓ 'ਚ ਜਾਣੀ ਕਿ ਸੱਦ ਕੇ ਉਹਨਾਂ ਨਾਲ ਗੱਲਬਾਤ ਕਰੀਏ ਜਦੋਂ ਵੀ ਕਿਤੇ ਇੱਥੇ ਆਉਣਗੇ, ਜਾਂ ਫਿਰ ਉੱਥੋਂ ਇੰਗਲੈਂਡ ਤੋਂ ਵੀ ਜੇ ਉਹ ਸਾਡੇ ਨਾਲ ਗੱਲਬਾਤ ਕਰ ਸਕਣ ਤਾਂ ਆਪਾਂ ਬੇਨਤੀ ਕਰਾਂਗੇ ਉਹਨਾਂ ਨੂੰ। ਠੀਕ ਹੈ ਜੀ। ਤੇ ਪਰ ਮੈਂ ਉਹਨਾਂ ਨੂੰ ਫਿਰ ਇਸ ਚੀਜ਼ ਦੀ ਵਧਾਈ ਵੀ ਦਿੰਦਾ, ਤੇ ਅੰਕਲ ਸੰਤ ਸਿੰਘ ਧਾਰੀਵਾਲ ਹੁਣਾਂ ਨੂੰ ਵੀ ਮੈਂ ਕਹਿੰਦਾ ਵੀ ਜਿਨ੍ਹਾਂ ਨੇ ਇਹੋ ਜਿਹੇ ਸੁਪੁੱਤਰ ਨੂੰ ਚੰਗੀ ਸੇਧ ਦਿੱਤੀ ਆ ਔਰ ਚੰਗੀ ਐਜੂਕੇਸ਼ਨ ਦਵਾਈ ਆ, ਤੇ ਜਿਹਦੇ ਨਾਲ ਉਹ ਲੋਕ ਭਲਾਈ ਦੇ ਕਾਰਜਾਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਇਸ ਲਈ, ਬਿਜ਼ਨਸ ਤਾਂ ਭਾਜੀ ਸਾਰਿਆਂ ਨੇ ਕਰਨੇ ਆ ਬਿਲਕੁਲ ਜੀ ਬਿਲਕੁਲ, ਲੇਕਿਨ ਟਾਈਮ ਕੱਢਣਾ ਕਿਸੇ ਲਈ ਬਹੁਤ ਔਖਾ ਟਾਈਮ ਭਾਜੀ। ਇੱਥੇ ਤਾਂ ਅਸੀਂ ਕਹਿ ਦਿੰਦੇ ਕਿ ਸਾਡੀ ਆਪਣੀ ਫੈਮਿਲੀ ਲਈ ਟਾਈਮ ਨਹੀਂ, ਤੁਸੀਂ ਸਾਰੀ ਦੁਨੀਆ ਲਈ ਕਿੱਥੋਂ ਟਾਈਮ ਕੱਢ ਲੈਣਾ। ਬਿਲਕੁਲ ਜੀ ਬਿਲਕੁਲ। ਮੈਂ ਤਾਂ ਬੜਾ ਮੈਨੂੰ ਚੰਗਾ ਲੱਗਾ ਕਿ ਮੈਂ ਉਹਨਾਂ ਧਾਲੀਵਾਲ ਸਾਹਿਬ ਦੀਆਂ ਜਿਹੜੀਆਂ ਵੀਡੀਓਜ਼ ਦੇਖਦਾ ਰਹੀ ਨਾ, ਤੇ ਪਿੰਡ ਪਿੰਡ ਜਾ ਕੇ ਉਹ ਸਕੈਨਿੰਗ ਦਾ ਹੋਰ ਸਾਰਾ ਕੁਝ ਜਿਹੜਾ ਬੜਾ ਵਧੀਆ ਉਪਰਾਲਾ ਕਰਦੇ ਜੀ। ਹਾਂਜੀ। ਜਿੱਥੇ ਭਾਜੀ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਚਾਹੁੰਦਾ, ਜਿੱਥੇ ਆਪਣੇ ਪੁਰਸ਼ਾਂ ਵਾਸਤੇ ਆ, ਉੱਥੇ ਇਸਤਰੀ ਵਾਸਤੇ ਉਹਨਾਂ ਨੇ ਬਹੁਤ ਵੱਡਾ ਉਹ ਜਿਹੜਾ ਸਕੈਨਰ ਦਾ ਮਸ਼ੀਨਾਂ ਦਾ ਸ਼ੁਰੂ ਕੀਤਾ ਆ, ਕਿਉਂਕਿ ਅਕਸਰ ਪਿੰਡਾਂ ਦੇ ਵਿੱਚ ਸਾਡੇ ਅਵੇਅਰਨੈਸ ਵੀ ਹੈ ਨਹੀਂ ਭਾਜੀ, ਅਫੋਰਡੇਬਿਲਟੀ ਹੈ ਨਹੀਂ, ਲੋਕੀ ਬੰਦਾ ਖਰਚਾ ਵੀ ਨਹੀਂ ਕਰ ਸਕਦਾ, ਜਾਂ ਪਰ ਉਹ ਚਲੋ ਪਿੰਡ ਬਾਈ ਉਹਨਾਂ ਨੇ ਭਾਵੇਂ NRI ਨੂੰ ਬੇਨਤੀ ਕਰਦੇ ਆ ਜਾਂ ਉਹਨਾਂ ਦੇ ਸਰਕਲ ਦੇ ਦੌਰਾਨ ਹੁੰਦੇ ਆ, ਉਹਨਾਂ ਨੇ ਇਹ ਚੀਜ਼ ਨੂੰ ਬੜਾ ਵੱਡੀ ਪ੍ਰਾਪਤੀ ਮੈਂ ਕਹਿੰਦਾ ਕੀਤੀ ਆ, ਵੀ ਜਿਹੜੀ ਪਿੰਡਾਂ 'ਚ ਪੰਜਾਬ 'ਚ ਜਾ ਕੇ ਪਿੰਡਾਂ ਦੇ ਬਜ਼ੁਰਗ ਆ, ਸਿਆਣੇ ਆ ਜਾਂ ਨੌਜਵਾਨ ਆ, ਉਹਨਾਂ ਨੂੰ ਚੈੱਕਅਪ ਕਰਨਾ, ਮੈਡੀਸਨ ਪ੍ਰੋਵਾਈਡ ਕਰਨੀ, ਉਹਨਾਂ ਨੂੰ ਨਾਲ ਅਵੇਅਰ ਕਰਨਾ ਕਿ ਡਰਨ ਦੀ ਲੋੜ ਨਹੀਂ, ਆਪਣੇ ਟੈਸਟ ਕਰਾਓ ਤੇ ਤੁਸੀਂ ਵੱਧ ਤੋਂ ਵੱਧ ਜਾਨਾਂ ਬਚਾ ਸਕਦੇ ਆ। ਬਿਲਕੁਲ ਜੀ। ਤੇ ਹੁਣ ਗੱਲ ਕਰਦੇ ਹਾਂ ਜੀ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੇਂਦਰ ਨੂੰ ਸਵਾਲ ਕੀਤਾ ਜੀ ਕਿ ਉਹ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣਦੀ। ਹਾਂਜੀ, ਇਹ ਪਿਛਲੇ ਦਿਨਾਂ ਤੋਂ ਭਾਜੀ ਚਰਚਾ ਚੱਲ ਰਹੀ ਹੈ, ਤਕਰੀਬਨ ਹਰ ਪਾਰਟੀ ਦਾ ਕੋਈ ਨਾ ਕੋਈ ਨੁਮਾਇੰਦਾ ਬਿਆਨ ਤਾਂ ਦਿੱਤਾ। ਹਾਂਜੀ। ਚਲੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਵੀ ਇਹ ਸਟੇਟਮੈਂਟ ਦਿੱਤੀ ਹੈ ਜੀ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ, ਚੰਗੀ ਗੱਲ ਆ। ਠੀਕ ਹੈ। ਔਰ ਕਹਿਣਾ ਵੀ ਚਾਹੀਦਾ, ਹੱਕ ਵੀ ਬਣਦਾ ਉਹਨਾਂ ਦਾ, ਕਿਉਂਕਿ ਪੰਜਾਬ ਦੇ ਮੁਖੀ ਆ। ਬਿਲਕੁਲ ਜੀ ਬਿਲਕੁਲ। ਠੀਕ ਹੈ ਜੀ। ਤੇ ਪਰ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਗੱਲ ਨਹੀਂ ਸੁਣਦੇ, ਕਹਿੰਦੇ ਗੱਲ ਤਾਂ ਰੌਲਾ ਤਾਂ ਉਦੋਂ ਪੈਂਦਾ ਆ ਜਦੋਂ ਕਿਸੇ ਨੂੰ ਤਕਲੀਫ ਹੁੰਦੀ ਆ। ਬਿਲਕੁਲ ਜੀ। ਜੇ ਅੱਜ ਕਿਸਾਨਾਂ ਦੇ ਮਨ ਦੇ ਵਿੱਚ ਕੋਈ ਚਿੰਤਾ ਵਧੀ ਹੋਆ ਜਾਂ ਉਹਨਾਂ ਨੂੰ ਕੋਈ ਦਰਦ ਵਾ, ਤੇ ਉਹ ਤਾਂ ਹੀ ਚਾਹੁੰਦੇ ਇਦਾਂ ਦੇ ਧਰਨੇ ਦੇ ਰਹੇ ਨਾ। ਬਿਲਕੁਲ ਜੀ। ਹੁਣ ਠੰਡ ਹੋ ਗਈ ਆ ਭਾਜੀ ਬਜ਼ੁਰਗਾਂ ਵਾਸਤੇ,
ਇੱਕ ਬੱਚਾ ਸੀ 16-13 ਸਾਲ ਦਾ, ਮੈਂ ਦੇਖਿਆ ਭਾਜੀ ਇੱਕ ਵੀਡੀਓ ਵਾਇਰਲ ਹੋਈ ਸੀ। ਹਾਂਜੀ। ਉਹ ਕਹਿੰਦਾ ਵੀ ਮੈਂ ਆਪਣੇ ਮਾਮੇ ਨਾਲ ਆਇਆ ਅੱਜ, ਠੀਕ ਹੈ ਜੀ, ਉੱਥੇ ਧਰਨੇ ਤੇ। ਹਾਂਜੀ ਹਾਂਜੀ। ਤੇ ਕਹਿੰਦਾ ਮਾਮੇ ਨਾਲ ਤਾਂ ਆਉਣ ਲੱਗਾ, ਉਹਨੂੰ ਆਪਣੇ ਡੇਲੀ ਪੋਸਟ ਵਾਲੇ ਹਾਂਜੀ ਹਾਂਜੀ ਉਹ ਪੁੱਛ ਰਹੇ ਆ, ਮੱਕੜ ਸਾਹਿਬ ਮੁੰਡਾ ਹਾਂਜੀ, ਬੜਾ ਸੀਨੀਅਰ ਪੱਤਰਕਾਰ ਨੇ, ਬਹੁਤ ਅੱਛੀ ਗੱਲ ਕਰਦੇ ਆ। ਹੂੰ, ਉਹਨਾਂ ਨੇ ਗੱਲ ਕੀਤੀ ਵੀ ਤੁਸੀਂ ਕਿੱਦਾਂ ਆਏ ਆ? ਹਾਂਜੀ, ਕਹਿੰਦਾ ਜੀ ਮੈਂ ਆਪਣੇ ਮਾਮੇ ਨਾਲ ਆਇਆ। ਠੀਕ ਹੈ ਜੀ, ਕਹਿੰਦਾ ਵੀ ਤੁਸੀਂ ਇੱਥੇ ਆ ਕੇ ਕੀ ਮਹਿਸੂਸ ਕੀਤਾ? ਕਹਿੰਦਾ ਮੈਂ ਤਾਂ ਘਰ ਇੱਕੋ ਗੱਲ ਦੱਸ ਕੇ ਆਇਆ ਆਪਣੇ ਮਾਂ-ਬਾਪ ਨੂੰ ਹਾਂਜੀ, ਵੀ ਸਾਡੀ ਆਸ ਨਾ ਰੱਖਿਓ ਵੀ ਅਸੀਂ ਮੁੜਾਂਗੇ। ਠੀਕ ਹੈ, ਇੱਕ 13 ਸਾਲ ਦਾ ਬੱਚਾ ਐਡੀ ਵੱਡੀ ਗੱਲ ਕਹਿ ਰਿਹਾ ਵੀ ਜਾਂ ਅਸੀਂ ਮਰ ਕੇ ਜਾਵਾਂਗੇ ਹਾਂਜੀ, ਤੇ ਜਾਂ ਫਿਰ ਅਸੀਂ ਆਪਣਾ ਹੱਕ ਲੈ ਕੇ ਜਾਵਾਂਗੇ, ਜਾਂ ਬਿੱਲ ਜਿਹੜੇ ਆ ਉਹ ਵਾਪਸ ਕਰਾ ਕੇ ਰੱਦ ਕਰਾ ਕੇ ਬਿਲਕੁਲ। ਆਪਣਾ ਹੱਕ ਲੈ ਕੇ ਜਾਵਾਂਗੇ ਜੋ ਸਾਡੇ ਹੱਕ ਬਣਦੇ ਆ। ਬਿਲਕੁਲ ਜੀ, ਬਿਲਕੁਲ, ਜਾਨੀ ਦੇਖੋ ਜੋ ਬੱਚਿਆਂ ਦੇ ਮਨ 'ਚ ਵੀ ਐਡਾ ਹੈਗਾ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਹੁਣੀ ਕਹਿੰਦੇ ਆ ਵੀ ਸੈਂਟਰ ਨੂੰ ਇੱਕ ਵਾਰੀ ਗੱਲ ਤੇ ਇਹਨਾਂ ਦੀ ਸੁਣ ਲੈਣੀ ਚਾਹੀਦੀ ਆ। ਬਿਲਕੁਲ, ਜੇ ਕੋਈ ਤਕਲੀਫ ਹੈ ਤਾਂ ਰੌਲਾ ਪਾਉਂਦੇ ਆ। ਕਹਿੰਦੇ ਜਿਹਨੂੰ ਬਿਮਾਰ ਹੋਊਗਾ ਉਹੀ ਦਵਾਈ ਲਊਗਾ, ਹਾਂਜੀ ਹਾਂਜੀ, ਤੰਦਰੁਸਤ ਤਾਂ ਨਹੀਂ ਦਵਾਈ ਲੈਂਦਾ। ਬਿਲਕੁਲ ਜੀ, ਬਿਲਕੁਲ, ਠੀਕ ਨਹੀਂ। ਪਰ ਉਹ ਜੀ ਕੇਂਦਰ ਹੁਣੀ ਤਾਂ ਤੁਹਾਨੂੰ ਪਤਾ ਵੀ ਸਰਕਾਰ ਦੇ ਕੋਈ ਮੰਤਰੀ ਸਾਹਿਬ, ਹੁਣ ਅਮਿਤ ਸ਼ਾਹ ਹੁਣੀ ਪਹਿਲਾਂ ਕਹਿੰਦੇ ਸੀ ਵੀ ਆਪਣੀਆਂ ਉਹ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਮੋਹਰੇ ਨਾ ਰੱਖਣ ਗੱਲ ਕਰਨ ਨੂੰ, ਹੁਣ ਉਹਨਾਂ ਨੇ ਸੱਦਾ ਪੱਤਰ ਫੇਰ ਭੇਜਿਆ ਹਾਂਜੀ, ਤੇ ਵੀ ਤੁਸੀਂ ਸਾਡੇ ਨਾਲ ਆਓ, ਸਾਡੇ ਨਾਲ ਤੁਹਾਡੀ ਕੋਈ ਸ਼ਰਤ ਨਹੀਂ, ਤੁਸੀਂ ਸਿੱਧੇ ਆ ਕੇ ਸਾਡੇ ਨਾਲ ਗੱਲ ਕਰੋ। ਠੀਕ ਹੈ ਜੀ, ਠੀਕ ਹੈ ਜੀ। ਹੁਣ ਪਹਿਲਾਂ ਇਹ ਰੌਲਾ ਪਾਉਂਦੇ ਸੀ ਤਾਂ ਉਹ ਨਹੀਂ ਮੰਨਦੇ ਸੀ, ਹੁਣ ਉਹ ਰੌਲਾ ਪਾਉਂਦੇ ਆ ਤੇ ਇਹ ਨਹੀਂ ਮੰਨਦੇ। ਠੀਕ ਹੈ ਜੀ, ਅੱਜ ਹੁਣ ਉਹਨਾਂ ਨੇ ਇਹ ਵੀ ਸਟੇਟਮੈਂਟ ਦਿੱਤੀ ਆ ਕਿਸਾਨ ਜਥੇਬੰਦੀਆਂ ਨੇ ਵੀ ਪਹਿਲਾਂ ਸਾਡੀ ਆਪਣੀ ਮੀਟਿੰਗ ਹੋਊਗੀ, ਹਾਂਜੀ, ਉਸ ਤੋਂ ਬਾਅਦ ਵੀ ਅਸੀਂ ਦੇਖਾਂਗੇ ਵੀ ਗੱਲ ਕਰਨੀ ਕਿ ਨਹੀਂ ਕਰਨੀ। ਬਿਲਕੁਲ। ਇਹ ਤਾਂ ਹੈ ਤਾਂ ਮਿਸਾਲ, ਕਿਉਂਕਿ ਪਹਿਲਾਂ 2 ਵਾਰੀ ਜਦੋਂ ਇਹਨਾਂ ਨੂੰ ਸੱਦਿਆ ਜੀ ਉਦੋਂ ਕੋਈ ਸਿੱਟਾ ਨਹੀਂ ਨਿਕਲਿਆ। ਨਹੀਂ ਨਿਕਲਿਆ। ਹਾਂਜੀ, ਪਰ ਭਾਜੀ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਾਂ ਹਾਂਜੀ, ਵੀ ਮੈਂ ਤਾਂ ਹੈਰਾਨ ਆ ਵੀ ਕੇਂਦਰ ਸਰਕਾਰ ਇਹਨਾਂ ਨੂੰ ਘੇਰਦੀ ਆ, ਹਾਂਜੀ, ਇਹ ਫੇਰ ਬਾਹਰ ਨਿਕਲ ਜਾਂਦੇ ਕਬੱਡੀ ਵਾਲਿਆਂ ਵਾਂਗੂ ਜਿੱਦਾਂ ਨਾ ਹੱਥ ਲਾ ਕੇ। ਠੀਕ ਨਹੀਂ। ਪਰ ਮੈਂ ਕਿਸਾਨਾਂ ਦਾ ਵੀ ਦੇਖੋ, ਆਪਾਂ ਉਹਨਾਂ ਦੀ ਸਪੋਰਟ ਵੀ ਕਰਦੇ ਆ, ਅਸੀਂ ਵੀ ਇੱਕ ਕਿਸਾਨ ਦੇ ਪੁੱਤ ਆ। ਬਿਲਕੁਲ ਜੀ, ਬਿਲਕੁਲ। ਅਸੀਂ ਤਾਂ ਭਾਜੀ ਮੈਂ ਤਾਂ ਹਲ ਵੀ ਵਾਇਆ। ਹਾਂਜੀ ਹਾਂਜੀ, ਠੀਕ ਆ ਜੀ। ਲੱਕੜ ਦੇ ਪੋਰ ਦੇ ਨਾਲ ਕਣਕ ਵੀ ਬੀਜੀ ਆ। ਠੀਕ ਹੈ ਜੀ, ਠੀਕ ਆ ਨਾ। ਇਹ ਕੰਮ ਛੱਡਿਆ ਕੋਈ ਨਹੀਂ, ਸਾਰੇ ਪਰਿਵਾਰ ਤੇ ਕਰਦਿਆਂ ਨੇ। ਬਿਲਕੁਲ ਜੀ, ਬਿਲਕੁਲ। ਉਦੋਂ ਇਹ ਸੀਗਾ ਹੀ ਇਹ ਕੁਝ ਤੇ ਆਪਾਂ ਉਹ ਕੀਤਾ ਜੀ। ਠੀਕ ਆ ਨਾ ਜੀ। ਪੱਠੇ ਵੀ ਵਢਾ ਲੈ, ਬਥੇਰਾ ਕੁਝ ਕੀਤਾ, ਸਾਰਾ ਕੁਝ ਹੀ ਕਰਕੇ ਆਏ। ਪਰ ਭਈ ਦਰਦ ਜ਼ਰੂਰ ਹੈਗਾ ਭਾਜੀ, ਕਿਉਂਕਿ ਆਪਣੇ ਉੱਥੇ ਪਰਿਵਾਰ ਰਹਿ ਰਹੇ ਆ ਤੇ ਜਿਹੜੇ ਘਰ-ਬਾਰ ਛੱਡ ਕੇ ਹੁਣ 2-3 ਮਹੀਨੇ ਹੋ ਗਏ ਸੜਕਾਂ ਤੇ ਬੈਠੇ ਆ, ਅਕਸਰ ਕੰਮ ਤਾਂ ਉਹਨਾਂ ਦਾ ਵੀ ਵਿਗੜਦਾ। ਬਿਲਕੁਲ ਜੀ, ਬਿਲਕੁਲ, ਠੀਕ ਹੈ ਨਾ ਜੀ। ਬਾਕੀ ਪ੍ਰਮਾਤਮਾ ਕਰੇ ਅੱਜ ਦੀ ਮੀਟਿੰਗ ਤੋਂ ਬਾਅਦ ਸਾਰਾ ਕੁਝ ਹੀ ਸੋਲਵ ਹੋ ਜਾਵੇ ਉਹਨਾਂ ਦਾ, ਤੇ ਉਹ ਆਪਣੇ ਆਪਣੇ ਘਰਾਂ 'ਚ ਰਹਿਣ, ਬਿਲਕੁਲ ਤੇ ਸਰਕਾਰ ਵਾਲੇ ਆਪਣਾ ਕੰਮ ਕਰਨ। ਬਿਲਕੁਲ, ਉਹ ਕਹਿਣ ਵੀ ਨਹੀਂ ਅਸੀਂ ਇਹ ਰੱਦ ਕਰਦੇ ਆਂ। ਬਿਲਕੁਲ। ਫਿਰ ਮੁੱਖ ਮੰਤਰੀ ਸਾਹਿਬ ਨੇ ਇੱਕ ਹੋਰ ਕਿਹਾ ਵੀ ਜਿਹੜੇ ਅਸੀਂ ਵਿਧਾਨ ਸਭਾ 'ਚ ਬਿੱਲ ਪਾਸ ਕੀਤੇ ਸੀ, ਹਾਂਜੀ, ਤੇ ਉਹ ਸਾਡੇ ਘਰ ਕਿਸੇ ਨੇ ਭੇਜੇ ਹੀ ਨਹੀਂ। ਇਹਨਾਂ ਦੇ ਰਾਸ਼ਟਰਪਤੀ ਸਾਹਿਬ ਨੂੰ ਜਿਹੜੇ ਭੇਜਣੇ ਸੀ। ਉਹ ਠੀਕ ਹੈ ਜੀ, ਠੀਕ ਹੈ ਨਹੀਂ। ਰਾਜਪਾਲ ਸਾਹਿਬ ਨੂੰ ਕਿਤੇ ਦਿੱਤੇ ਹੋਣੇ। ਹਾਂਜੀ ਹਾਂਜੀ, ਰਾਜਪਾਲ ਸਾਹਿਬ ਨੇ ਰਾਸ਼ਟਰਪਤੀ ਨੂੰ ਦੇਣੇ ਹੁੰਦੇ ਆ ਵੀ ਪਾਸ ਕਰਨ ਵਾਸਤੇ। ਹਾਂਜੀ ਹਾਂਜੀ, ਤੇ ਉਹ ਕਹਿੰਦੇ ਜਦੋਂ ਮੈਂ ਸਲਾਹਕਾਰ ਵੀ ਲਾਏ ਸੀ ਆਪਣੇ, ਉਦੋਂ ਵੀ ਮੈਨਾਂ ਇਦਾਂ ਕੀਤੀ ਸੀ ਇਹਨਾਂ ਨੇ। ਉਹ ਠੀਕ ਹੈ ਜੀ, ਠੀਕ ਹੈ ਨਾ ਜੀ। ਪਰ ਬਈ ਜਾਨੀ ਗੱਲ ਇਹ ਆ ਵੀ ਹੁਣ ਪੰਜਾਬ ਦੀ ਜਿਹੜੀ ਸਰਕਾਰ ਵੀ ਆ, ਉਹ ਵੀ ਸੈਂਟਰ ਸਰਕਾਰ ਤੋਂ ਖੁਸ਼ ਨਹੀਂ। ਹਾਂਜੀ ਤਾਂ ਸਾਹਿਬ, ਹੁਣ ਗੱਲ ਏਦਾਂ ਨਾ ਵੀ ਜਿਹੜੇ ਸੈਂਟਰ ਤੋਂ ਖੁਸ਼ ਵੀ ਕਿੱਦਾਂ ਹੋਣ ਜੀ। ਹਾਂ ਤੁਹਾਡੇ ਜਿਹੜਾ ਹੁਣ ਆਪਣੀ ਬੰਦੇ ਪੰਜਾਬ ਤੋਂ ਦੇਖੋ ਕਿੰਨੇ ਹਾਂ, ਬਿਲਕੁਲ ਹਜ਼ਾਰਾਂ ਦੇ ਲੱਖਾਂ ਲੋਕ ਜਿਹੜੇ ਆ ਜੀ, ਉਹ ਜੀ, ਸੈਂਟਰ ਦੇ ਵਿਰੋਧ ਚ ਬੋਲ ਰਹੇ ਆ। ਬਿਲਕੁਲ, ਤਾਂ ਬਿਲਕੁਲ। ਸਰਕਾਰ ਨੂੰ ਵੀ ਬੋਲਣਾ ਹੀ ਪੈਣਾ ਜੀ। ਵੱਡੀ ਗੱਲ ਦੇਖੋ, ਤੁਸੀਂ ਦਿੱਲੀ ਦੀ ਸਰਕਾਰ ਨੂੰ ਸੈਂਟਰ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਤੰਗ ਕੀਤਾ, ਬਹੁਤ ਜਲੀਲ ਕੀਤਾ। ਉਹਨਾਂ ਦੀ ਕੋਈ ਗੱਲ ਨਹੀਂ ਇਹ ਮੰਨਦੇ ਰਹੇ। ਹਾਂਜੀ ਹਾਂਜੀ, ਕਿਉਂਕਿ ਕੇਜਰੀਵਾਲ ਸਾਹਿਬ ਨੇ ਜਦੋਂ ਵੀ ਕੋਈ ਮਤਾ ਪਾਉਣਾ ਵਿਧਾਨ ਸਾਹਿਬ ਦਾ ਵੀ ਅਸੀਂ ਆਹ ਕੁਝ ਕਰਨਾ ਚਾਹੁੰਦੇ ਆ, ਹਾਂਜੀ, ਉਹ ਨਾ ਹਾਂ ਜਾਂ ਨਾ ਦੇ ਵਿੱਚ ਜਵਾਬ ਹੀ ਨਹੀਂ ਆਉਣਾ। ਉਹਨੇ ਫਿਰ ਬਿਆਨ ਦੇ ਦੇਣਾ ਵੀ ਅਸੀਂ ਭੇਜਿਆ ਸੈਂਟਰ ਨੂੰ, ਹਾਂਜੀ, ਸਾਨੂੰ ਕੋਈ ਮਨਜ਼ੂਰੀ ਨਹੀਂ ਆਈ। ਲਟਕਦਾ ਰਹਿੰਦਾ ਸੀ। ਹਾਂ ਅਕਸਰ ਹੈ ਨਾ। ਪਰ ਇਹ ਆ ਵੀ ਪਤਾ ਨਹੀਂ ਕੇਂਦਰ ਸਰਕਾਰ ਨੇ ਹੁਣ ਆਈ ਡੋਨਟ ਨੋ ਵੀ ਪ੍ਰਮਾਤਮਾ ਹੀ ਜਾਣਦਾ ਉਹਨਾਂ ਦੇ ਕੀ ਮਨ ਚ ਕੀ ਆ, ਹੈ ਨਾ। ਇਹ ਤਾਂ ਇਹ ਆ ਵੀ ਗੁਰੂ ਮਹਾਰਾਜ ਜੀ ਕਿਤੇ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਆ ਗੁਰੂ ਸਾਹਿਬ ਦਾ। ਮੈਂ ਤਾਂ ਕਹਿੰਦਾ ਮੋਦੀ ਸਾਹਿਬ ਦੇ ਕੋਈ ਮਨ ਚ ਸਮੱਸਿਆ ਪਾਉਣ, ਤੇ ਸਾਡੀ ਤਾਂ ਇਹੀ ਅਰਦਾਸ ਆ ਵੀ ਉਹ ਕਹਿ ਦੇਣ ਜੀ ਪੁਰਾਣੇ ਜਿਹੜੇ ਤੁਹਾਡੇ ਬਿੱਲ ਅਸੀਂ ਬਣਾਏ ਆ ਉਹ ਰੱਦ ਕਰਦੇ ਆ, ਤੁਸੀਂ ਆਪਣੇ ਆਪਣੇ ਘਰਾਂ 'ਚ ਜਾ ਕੇ ਰਾਜੀ ਖੁਸ਼ੀ ਰਹੋ। ਪਰ ਕੱਲ ਭਾਜੀ ਉਹਨਾਂ ਨੇ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੜਕਾਂ ਤੇ ਮਨਾਇਆ, ਉੱਥੇ ਬੈਠ ਕੇ ਦੇਖੋਗੇ ਨਾ, ਉੱਥੇ ਲੰਗਰ ਤਾਂ ਚੱਲਦਾ ਹੀ ਸੀ ਗੁਰੂ ਦਾ। ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਲੰਗਰ ਵੀ ਚੱਲਦੇ, ਦੇਖ ਲਓ। ਫਿਰ ਉੱਥੇ ਕੀਰਤਨ ਵੀ ਹੋਇਆ, ਤੇ ਜਿੱਦਾਂ ਨਾਲ ਜਿਹੜੇ ਸੀਗੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ, ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਆ ਵੀ ਕਦੀ ਸੋਚਿਆ ਨਹੀਂ ਸੀ ਵੀ ਦਿੱਲੀ ਦੀਆਂ ਸੜਕਾਂ ਤੇ ਵੀ ਕੀਰਤਨ ਹੋਊਗਾ। ਬਿਲਕੁਲ ਜੀ, ਜਾਨੀ ਕੇਂਦਰ ਸਰਕਾਰ ਨੇ ਨਹੀਂ ਹੋਣ ਦਿੰਦੀ ਹੋਊਗੀ। ਹਾਂਜੀ ਹਾਂਜੀ ਹਾਂਜੀ, ਬਿਲਕੁਲ। ਜਿੱਦਾਂ ਆਪਾਂ ਨਗਰ ਕੀਰਤਨ ਦੀ ਗੱਲ ਕਰਦੇ ਹਾਂ, ਹੋ ਸਕਦਾ ਉੱਥੇ ਨਾ। ਹਾਂ ਬਿਲਕੁਲ ਜੀ। ਕਹਿੰਦੇ ਵੀ ਗੁਰੂ ਮਹਾਰਾਜ ਨੇ ਜੋ ਕੀਤਾ ਉਹ ਚੰਗਾ ਹੀ ਕੀਤਾ। ਹਾਂਜੀ, ਉਹਨਾਂ ਨੂੰ ਰੋਕਿਆ ਵੀ ਗਿਆ, ਲੰਗਰ ਲੈ ਕੇ ਜਾਂਦਿਆਂ ਨੂੰ ਵੀ ਰੋਕਣ ਦਿੱਤਾ। ਜਾਨੀ ਬੜੀਆਂ ਪ੍ਰੋਬਲਮ ਆਈਆਂ ਉਹ ਕਹਿੰਦੇ।
ਬਿਲਕੁਲ ਜੀ ਬਿਲਕੁਲ। ਤਾਮੀ ਸਾਹਿਬ ਇਦਾਂ ਹੁੰਦੀ ਕਿ ਜਦੋਂ ਤੁਸੀਂ ਤਾਨਾਸ਼ਾਹ ਕੋਈ ਵੀ ਹੋਵੇ, ਚਾਹੇ ਉਹ ਅੱਜ ਦੀ ਸਰਕਾਰ ਹੈ ਚਾਹੇ ਪੁਰਾਣੀਆਂ ਸੀਗੀਆਂ ਜਾਂ ਕੋਈ ਵੀ ਹੈ ਜੀ, ਤੇ ਉਹਨਾਂ ਨੂੰ ਤਾਂ ਅੜਿੱਕੇ ਤਾਂ ਲਾਉਣੇ ਹੀ ਹੈ ਜੀ। ਜਾ ਬਿਲਕੁਲ ਭਾਈ, ਇਹ ਤਾਂ ਹੈ ਜੀ। ਹੁਣ ਗੱਲ ਕਰਦੇ ਹਾਂ ਤਾਮੀ ਸਾਹਿਬ ਵੀ ਖੇਤੀਬਾੜੀ ਕਾਨੂੰਨ ਦੇ ਵਿਰੁੱਧ ਮੋਦੀ ਸਾਹਿਬ ਕਹਿੰਦੇ ਵੀ ਜਦੋਂ ਵੀ ਕੋਈ ਚੰਗਾ ਕੰਮ ਹੁੰਦਾ ਉਹ 'ਚ ਰੁਕਾਵਟਾਂ ਆਉਂਦੀਆਂ ਜੀ। ਬਿਲਕੁਲ ਗੱਲ ਸਹੀ ਹੈ ਜੀ। ਮੋਦੀ ਸਾਹਿਬ ਹੁਣੀ ਇਹ ਸਟੇਟਮੈਂਟ ਦਿੱਤੀ ਆ, ਉਹ ਕਿਤੇ ਬਾਹਰ ਗਏ ਸੀ ਕਿ ਕਿਸੇ ਪ੍ਰੋਗਰਾਮ ਦੇ ਉੱਤੇ, ਤਾਂ ਉੱਥੇ ਉਹਨਾਂ ਨੇ ਇਹ ਸੰਬੋਧਿਤ ਕੀਤਾ ਹਾਂਜੀ ਵੀ ਜਦੋਂ ਕੋਈ ਚੰਗੀ ਚੀਜ਼ ਹੁੰਦੀ ਆ ਸਾਹਮਣੇ ਆਉਂਦੀ ਆ ਤੇ ਉਹਨੂੰ ਬਣਾਉਣ ਦੇ ਵਿੱਚ ਰੁਕਾਵਟਾਂ ਆਉਂਦੀਆਂ। ਹਾਂਜੀ। ਪਰ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਲੱਗੀ ਵੀ ਮੋਦੀ ਸਾਹਿਬ ਨੂੰ ਸਾਰਾ ਮੁਲਕ ਹੀ ਕਹੀ ਜਾਂਦਾ ਵੀ ਕੰਮ ਗਲਤ ਹੋ ਰਿਹਾ, ਤੇ ਮੋਦੀ ਸਾਹਿਬ ਉਹਨੂੰ ਕਹਿੰਦੇ ਆ ਵੀ ਸਹੀ ਹੋ ਰਿਹਾ। ਗੱਲ ਹਾਂਜੀ, ਗੱਲ ਏਦਾਂ ਨਾ ਜੀ, ਜਦੋਂ ਤੁਸੀਂ ਦੇਖਣਾ ਹੀ ਨਹੀਂ ਚਾਹੁੰਦੇ ਕਿਸੇ ਚੀਜ਼ ਨੂੰ ਤੇ ਉਦੋਂ ਆਪੇ ਹੀ ਤੁਸੀਂ ਕਹਿ ਲੈਣਾ ਵੀ ਮੇਰੇ ਲਈ ਤਾਂ ਜੋ ਮੈਂ ਕਿਹਾ ਉਹੀ ਠੀਕ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਜਦੋਂ ਤੁਸੀਂ ਕਿਸੇ ਦੀ ਗੱਲ ਬਹਿ ਕੇ ਸੁਣੋਗੇ, ਉਹਦੀ ਚੰਗੇ ਮਾੜੇ ਦੀ ਪਰਖ ਕਰੋਗੇ, ਦੇਖੋਗੇ ਇਹ 'ਚ ਇਹਨਾਂ ਲਈ ਚੰਗਾ ਕੀ ਆ ਤਾਂ ਸਰਕਾਰ ਲਈ ਚੰਗਾ ਕੀ ਆ, ਫੇਰ ਹੀ ਉੱਤੇ ਤੁਸੀਂ ਸਿੱਟਾ ਕੱਢੋਗੇ। ਮੈਂ ਤਾਂ ਉਹਨਾਂ ਇੱਕ ਗੱਲ ਸ਼ੇਅਰ ਕਰਦਾ ਭਾਜੀ, ਇਹ ਸਾਡੇ ਨਾਲ ਵਾਪਰੀ ਆ ਜਿੱਦਾਂ ਨਾ ਕਾਲਜ ਟਾਈਮ ਬੰਦਾ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ। ਉੱਥੇ ਸਾਡੇ ਕੰਟੀਨ ਵਾਲਾ ਹੁੰਦਾ ਸੀ ਬੰਦਾ, ਹੈ ਰਾਜੂ, ਜਿਹਦੇ ਕੋਲ ਅਸੀਂ ਰੋਟੀ ਪਾਣੀ ਵੀ ਖਾਣਾ, ਚਾਹ ਪਾਣੀ ਵੀ ਪੀਣਾ। ਇੱਕ ਵਾਰੀ ਮੁੰਡੇ ਲੜ ਪਏ ਉੱਥੇ, ਉਹ ਠੀਕ ਹੈ, ਕਾਲਜ ਦੇ ਮੋਹਰੇ ਹੈ ਨਾ। ਮੈਂ ਉਹਨਾਂ ਨੂੰ ਕਿਹਾ ਵੀ, ਮੈਂ ਰਾਜੂ ਨੂੰ ਕਿਹਾ, ਮੈਂ ਚੌਥੇ ਵੀਰ ਕਿੱਦਾਂ ਹਾਲ ਆ? ਕਹਿੰਦਾ ਠੀਕ ਆ। ਮੈਂ ਕਿਹਾ ਰਾਜੂ ਇਹ ਮੁੰਡੇ ਲੜ ਪਏ, ਤੂੰ ਦੇਖਿਆ ਕੌਣ ਕੌਣ ਲੜਿਆ? ਕਹਿੰਦਾ ਨਹੀਂ ਭਾਜੀ, ਮੈਂ ਅੰਦਰੋਂ ਦੁੱਧ ਵਾਲਾ ਪਤੀਲਾ ਚੱਕਣ ਗਿਆ ਸੀ। ਕਹਿੰਦਾ ਠੀਕ ਹੈ, ਜਾਨੀ ਦੁੱਧ ਵਾਲੇ ਪਤੀਲੇ ਦਾ ਤਾਂ ਅੰਦਰ ਦਾ ਮੇਰਾ ਖਿਆਲ ਵੀ 2-3 ਫੁੱਟ ਦਾ ਫਰਕ ਹੋਊਗਾ। ਜਦੋਂ ਲੜਾਈ ਹੁੰਦੀ ਚੇਚਾ ਬੰਦਾ ਦੇਖਦਾ ਭਾਜੀ। ਹਾਂਜੀ ਹਾਂਜੀ, ਉੱਥੇ ਖੜ ਕੇ ਕਹਿੰਦਾ ਦੁੱਧ ਦਾ ਉਬਾਲਾ ਆਜੂ, ਕੋਈ ਗੱਲ ਨਹੀਂ, ਮਜਮਾ ਲੱਗ ਜਾਂਦਾ। ਠੀਕ ਆ, ਪਰ ਮੈਂ ਉਹੀ ਗੱਲ ਕਰਦਾ ਵੀ ਮੋਦੀ ਸਾਹਿਬ ਨੇ ਹੁਣ ਅੱਖਾਂ ਮੀਟੀਆਂ। ਉਹ ਕਹਿੰਦੇ ਵੀ ਜਦੋਂ ਚੰਗਾ ਕੰਮ ਹੁੰਦਾ ਆ ਤੇ ਉਦੋਂ ਕਹਿੰਦਾ ਇਦਾਂ ਦੀਆਂ ਰੁਕਾਵਟਾਂ ਤਾਂ ਆਉਣੀਆਂ ਹੀ ਆ। ਦੇਖੋ ਭਾਜੀ ਗੱਲ ਇਦਾਂ ਨਾ, ਹੁਣ ਆਪਣੇ ਆਪ ਨੂੰ ਜਸਟੀਫਾਈ ਕਰ ਰਿਹਾ ਕਿ ਮੈਂ ਚੰਗਾ ਕੰਮ ਕੀਤਾ, ਤੇ ਇਹ ਲੋਕੀ ਰੁਕਾਵਟਾਂ ਡਾ ਰਹੇ ਆ। ਇਹ ਨਹੀਂ ਪਤਾ ਵੀ ਉਹਨਾਂ ਦਾ ਤਾਂ ਘਰ ਜਾੜ ਰਿਹਾ ਹਨਾ। ਸੋ ਉਹਨਾਂ ਦੇ ਭਾਰਤ ਦਾ ਫਿਰ ਚੰਗਾ ਕੰਮ ਹੀ ਹੈ ਜੀ। ਪਰ ਫਿਰ ਇੱਕ ਹੋਰ ਨਵਾਂ ਜਿਹੜਾ ਸਟੇਟਮੈਂਟ ਨਾਲ ਦੇ ਰਿਹਾ ਭਾਈ ਸਾਹਿਬ ਆਪਣੇ ਮੋਦੀ ਸਾਹਿਬ ਜੀ, ਨਰਿੰਦਰ ਜੀ, ਕਹਿੰਦੇ ਵੀ ਕੰਮ ਇਹ ਤਾਂ ਕਹਿ ਹੀ ਦਿੱਤਾ ਉਹਨਾਂ ਨੇ ਵੀ ਰੁਕਾਵਟਾਂ ਦਾ। ਉਹ ਕਹਿੰਦੇ ਵੀ ਜਿੱਦਾਂ ਹੁਣ ਇਹ ਬਿੱਲ ਬਣਾਏ ਗਏ ਆ, ਕਾਨੂੰਨ ਬਣਾਏ ਗਏ ਆ, ਇਹ ਸਮਾਂ ਪੈਣ ਤੋਂ ਬਾਅਦ ਫਿਰ ਪਤਾ ਲੱਗਣਾ ਵੀ ਇਹਨਾਂ ਦਾ ਕੀ ਫਾਇਦਾ ਹੋਇਆ ਸੀ। ਠੀਕ ਹੈ ਜੀ, ਜਦ ਤੱਕ ਲੋਕੀ ਉੱਜੜ ਜਾਣਗੇ ਫਿਰ ਪਤਾ ਲੱਗੂ। ਇਹ ਗੱਲ ਤੁਹਾਡੀ ਸੱਚੀ ਆ, ਪਤਾ ਤਾਂ ਉਦੋਂ ਹੀ ਲੱਗੂਗਾ। ਹੁਣ ਆਪਾਂ ਕੋਈ ਵੀ ਦਵਾਈ ਖਾਂਦੇ ਆ, ਉਹ ਹੁਣ ਉਹਦਾ ਰਿਐਕਸ਼ਨ ਹੁੰਦਾ ਕਿ ਉਹਦਾ ਚੰਗਾ ਹੁੰਦਾ ਕਿ ਮਾੜਾ ਹੁੰਦਾ, ਇਹ ਤਾਂ ਬਾਅਦ ਚ ਹੀ ਪਤਾ ਲੱਗਦਾ ਕਿ ਬੰਦਾ ਹਸਪੀਟਲ ਆਉਂਦਾ ਕਿ ਬੰਦਾ ਚੰਗਾ ਹੋ ਜਾਂਦਾ। ਜਾਂ ਇਹ ਤਾਂ ਗੁਰੂ ਮਹਾਰਾਜ ਜਾਣਨ ਜੀ ਉਹ ਕੀ ਕਰਨਾ ਚਾਹੁੰਦੇ ਆ, ਕਿਉਂਕਿ ਜਾਣੀ ਜਾਣ ਤਾਂ ਉਹੀ ਆ। ਬਿਲਕੁਲ ਜੀ ਬਿਲਕੁਲ, ਠੀਕ ਹੈ ਨਾ ਜੀ। ਤੇ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ, ਅਸੀਂ ਤਾਂ ਬੇਨਤੀ ਕਰ ਸਕਦੇ ਆ ਵੀ ਪ੍ਰਵਾਸੀ ਪੰਜਾਬੀ ਜਿਹੜੇ ਆ ਬਹੁਤ ਚਿੰਤਤ ਆ ਪੰਜਾਬ ਬਾਰੇ। ਬਿਲਕੁਲ ਜੀ ਬਿਲਕੁਲ, ਰੈਲੀਆਂ ਵੀ ਕਰਦੇ ਆ, ਇਕੱਠ ਵੀ ਕਰਦੇ ਆ। ਜਿੱਦਾਂ ਹੁਣ ਕੱਲ ਨੌਜਵਾਨਾਂ ਨੇ ਰੈਲੀ ਕੀਤੀ ਆ, ਅੱਜ ਉਹਨਾਂ ਨੇ ਆਉਣਾ ਸੀ, ਅੱਜ ਆ ਨਹੀਂ ਸਕੇ, ਉਹਨਾਂ ਕੋ ਕੋਈ ਕੰਮ ਪੈ ਗਿਆ, ਨਹੀਂ ਤਾਂ ਉਹਨਾਂ ਨੇ ਵੀ ਆਪਣੇ ਵਿਚਾਰ ਰੱਖਣੇ ਸੀ। ਠੀਕ ਹੈ ਜੀ। ਤੇ ਲੇਕਿਨ ਜਿੰਨਾ ਪ੍ਰਵਾਸੀ ਪੰਜਾਬੀ ਪੰਜਾਬ ਲਈ ਚਿੰਤਤ ਆ, ਇਹਨਾਂ ਪੰਜਾਬ ਵਾਲੇ ਪ੍ਰਵਾਸੀਆਂ ਲਈ ਵੀ ਚਿੰਤਤ ਆ ਵੀ ਸਾਡੇ ਭਰਾ ਭੈਣ ਭਰਾ ਪਰਿਵਾਰ ਉੱਥੇ ਰਹਿੰਦੇ ਆ। ਲੇਕਿਨ ਜਿਹੜੀਆਂ ਸਰਕਾਰਾਂ ਆ ਉਹ ਨਹੀਂ ਚਿੰਤਤ ਹੈਗੀਆਂ ਭਾਜੀ। ਸਰਕਾਰਾਂ ਨੂੰ ਇਹਨਾਂ ਨਾਲ ਸਰਕਾਰਾਂ ਭਾਜੀ ਜੇ ਚਿੰਤਤ ਹੋਣ ਤਾਂ ਇਹ ਕੰਮ ਕਰਨੀ ਨਾ। ਉਦਾਂ ਕਹਿੰਦੇ ਆ ਵੀ ਪੰਜਾਬ ਚ ਆਓ, ਤੁਸੀਂ ਇੱਥੇ ਆ ਕੇ ਇਨਵੈਸਟਮੈਂਟ ਕਰੋ, ਤੁਹਾਡਾ ਆਪਣਾ ਸ਼ਹਿਰ ਦੇਸ਼ ਵਾ, ਸਾਰਾ ਕੁਝ ਵਾ। ਪਰ ਭਾਈ ਸਾਹਿਬ ਇੱਕ ਚੀਜ਼ ਦੀ ਸਮਝ ਨਹੀਂ ਲੱਗਦੀ ਵੀ ਉਹ ਚਾਹੁੰਦੇ ਕੀ ਆ ਹੁਣ। ਠੀਕ ਨਹੀਂ, ਇਹ ਤਾਂ ਹੁਣ ਕਹਿਣਾ ਮੁਸ਼ਕਿਲ ਹੈ ਜੀ ਵੀ। ਚਲੋ ਹੁਣ ਗੱਲ ਕਰਦੇ ਹਾਂ ਜੀ, ਖਾਲਸਾ ਨੂੰ ਕੈਨੇਡਾ ਦੇ ਵਿੱਚ ਵਰਲਡ ਫਾਈਨੈਂਸ਼ੀਅਲ ਗਰੁੱਪ ਨੇ ਬਹੁਤ ਕਿਸਾਨਾਂ ਦੀ ਮਦਦ ਲਈ ਮਾਲੀ ਸਹਾਇਤਾ। ਹਾਂਜੀ ਭਾਜੀ, ਖਾਲਸਾ ਏਡ ਭਾਜੀ ਇੰਟਰਨੈਸ਼ਨਲ ਤੁਸੀਂ ਜਾਣਦੇ ਸਾਰੇ, ਆਪਾਂ ਸਾਡੇ ਦਰਸ਼ਕ ਵੀ ਜਾਣਦੇ ਵੀ ਰਵੀ ਸਿੰਘ ਜੀ ਬਹੁਤ ਵੱਡੀ ਸੇਵਾ ਨਿਭਾ ਰਹੇ ਆ। ਹਾਂਜੀ, ਪਿਛਲੇ ਸਮੇਂ ਤੋਂ ਬੇਸ਼ੱਕ ਉਹ ਬਿਮਾਰ ਹੋ ਗਏ ਸੀਗੇ, ਪਿੱਛੇ ਸਿੱਖ ਹੋ ਗਏ ਸੀ, ਲੇਕਿਨ ਫਿਰ ਵੀ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਜਾਰੀ ਆ, ਉਹ ਉੱਥੋਂ ਬੈਠੇ ਵੀ ਉਹ ਬਹੁਤ ਚਿੰਤਤ ਰਹੇ ਆ। ਬਿਲਕੁਲ ਜੀ ਬਿਲਕੁਲ, ਜਿੱਥੇ ਜਿੱਥੇ ਸ਼ਹਿਰ ਪੰਜਾਬ ਦੇ ਵਿੱਚ ਉਹਨਾਂ ਨੇ ਡਿਊਟੀਆਂ ਲਾਈਆਂ ਆਪਣੀ ਟੀਮ ਦੀਆਂ, ਉਹ ਹੋਇਆ ਨਾ। ਹੁਣ ਵੀ ਉਹ ਜਿੱਥੇ ਇਹ ਚੱਲ ਰਿਹਾ ਨਾ ਭਾਜੀ ਸੰਘਰਸ਼, ਹਾਂਜੀ, ਉੱਥੇ ਲੰਗਰ ਦੀ ਸੇਵਾ ਕਰ ਰਹੇ ਆ। ਠੀਕ ਹੈ ਜੀ। ਤੇ ਇਹ ਜਿਹੜੀ ਆਪਣਾ ਸੰਸਥਾ ਦਾ ਨਾਮ ਲਿਆ ਜੀ ਵਰਲਡ ਫਾਈਨੈਂਸ਼ੀਅਲ ਗਰੁੱਪ, ਕੈਨੇਡਾ ਵਰਲਡ ਫਾਈਨੈਂਸ਼ੀਅਲ ਗਰੁੱਪ। ਹਾਂਜੀ ਹਾਂਜੀ, ਇਹਨਾਂ ਨੇ ਭਾਜੀ ਉਹਨਾਂ ਨੂੰ 25 ਲੱਖ ਰੁਪਈਆ ਸੇਵਾ ਲਈ ਦਿੱਤਾ। ਠੀਕ ਹੈ ਜੀ। ਉਹ ਲੰਗਰ ਦੀ ਸੇਵਾ ਕਰ ਲੈਣ, ਹਾਂਜੀ ਹਾਂਜੀ, ਉਹ ਕੋਈ ਦਵਾਈਆਂ ਦੀ ਕਰ ਲੈਣ ਜਾਂ ਕਿਸੇ ਦੇ ਇਲਾਜ ਲਈ, ਜਾਨੀ ਕਿ ਉਹ ਉਹਨਾਂ ਦੀ ਮਰਜ਼ੀ ਆ। ਹਾਂਜੀ ਹਾਂਜੀ। ਲੇਕਿਨ ਸਰਦਾਰ ਗੁਰਮੇਲ ਸਿੰਘ ਧਾਰੀਵਾਲ ਉਹਨਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਸੀ ਜੀ, ਸਾਡੇ ਕੈਲਗਰੀ ਤੋਂ ਆ, ਉਹ ਵਰਲਡ ਫਾਈਨੈਂਸ਼ੀਅਲ ਨਾਲ ਕੰਮ ਕਰਦੇ ਆ। ਹਾਂਜੀ ਹਾਂਜੀ। ਤੇ ਅਸੀਂ ਉਹਨਾਂ ਦੇ ਧੰਨਵਾਦੀ ਆ ਜਿਨ੍ਹਾਂ ਨੇ ਏਡੀ ਵੱਡੀ ਜਾਣਕਾਰੀ ਦਿੱਤੀ, ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ। ਬਿਲਕੁਲ ਜੀ ਬਿਲਕੁਲ, ਸਾਰੇ ਲੋਕ ਅਖਬਾਰ ਵੀ ਨਹੀਂ ਪੜ੍ਹ ਸਕਦੇ, ਸਾਰੇ ਲੋਕ ਟੀਵੀ ਵੀ ਨਹੀਂ ਦੇਖ ਸਕਦੇ। ਹਾਂਜੀ ਹਾਂਜੀ, ਲੇਕਿਨ ਸੋਸ਼ਲ ਮੀਡੀਆ ਤੇ ਹਰ ਕੋਈ ਬੰਦਾ 1-2 ਮਿੰਟ ਦੇਖ ਹੀ ਲੈਂਦਾ। ਬਿਲਕੁਲ ਜੀ ਬਿਲਕੁਲ। ਇਸ ਕਰਕੇ ਅਸੀਂ ਬਹੁਤ ਖੁਸ਼ੀ ਮਹਿਸੂਸ ਕੀਤੀ ਵੀ ਇੱਕ ਸੰਸਥਾ
ਕੈਨੇਡਾ ਵਰਲਡ ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਰਾਜਾ ਧਾਰੀਵਾਲ ਹੁਣੀ ਮੇਨ ਹੈਗੇ ਆ ਹਾਂਜੀ ਹਾਂਜੀ ਤੇ ਐਡਮਿੰਟਨ ਤੋਂ ਹਾਂਜੀ ਤੇ ਉਹਨਾਂ ਦੀ ਟੀਮ ਵੀ ਬੜੀ ਵਿਸਥਾਰ ਆ ਬਿਲਕੁਲ ਜੀ ਠੀਕ ਹੈ ਬਿਲਕੁਲ ਜੀ ਤੇ ਭਾਈ ਸਾਹਿਬ ਮੈਂ ਕਹਿੰਦਾ ਵੀ ਬਹੁਤ ਚੰਗਾ ਕਾਰਜ ਕਰ ਰਹੇ ਆ ਤੁਸੀਂ ਹਾਂਜੀ ਹਾਂਜੀ ਕੈਨੇਡਾ ਦਾ $50,000 ਇਕੱਠਾ ਕਰਕੇ ਹਾਂਜੀ ਹਾਂਜੀ ਉਹ ਵੀ ਕੋਵਿਡ ਦੇ ਟਾਈਮ ਤੇ ਬਿਲਕੁਲ ਜੀ ਇੱਕ ਸੰਸਥਾ ਨੂੰ ਵੱਡੀ ਸਪੋਰਟ ਕਰਨਾ ਹਾਂਜੀ ਹਾਂਜੀ ਵੀ ਅਸੀਂ ਤੁਹਾਨੂੰ ਭਾਈ ਸ਼ਾਬਾਸ਼ ਵੀ ਦਿੰਨੇ ਆ ਤੇ ਬਿਲਕੁਲ। ਵਧਾਈ ਵੀ ਦਿੰਨੇ ਆ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਇਸੇ ਤਰ੍ਹਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਕਰਦੇ ਰਹੋ ਜੇਕਰ ਅਸੀਂ ਤੁਹਾਡੇ ਕੰਮ ਕਿਸੇ ਤਰ੍ਹਾਂ ਦੇ ਵੀ ਕੋ ਆ ਸਕੀਏ ਕੋਈ ਹਾਂਜੀ। ਤੁਹਾਡਾ ਮੈਸੇਜ ਹੁੰਦਾ ਆ ਜਾਂ ਤੁਸੀਂ ਕਿਸੇ ਨੇ ਇੰਟਰਵਿਊ ਕਰਨੀ ਆ ਹਾਂਜੀ ਹਾਂਜੀ ਤੇ ਅਸੀਂ ਬੜਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂਗੇ ਬਿਲਕੁਲ ਜੀ ਵੀ ਅਸੀਂ ਭਾਈ ਸਾਹਿਬ ਤੁਹਾਡੇ ਕੰਮ ਆ ਸਕੇ ਆ ਤੁਹਾਡੀ ਸੰਸਥਾ ਲਈ ਅਸੀਂ ਵੀ ਕੁਝ ਕਰ ਸਕੇ ਆ ਬਿਲਕੁਲ ਜੀ ਇੱਕ ਵਾਰੀ ਫੇਰ ਆਪਾਂ ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਧੰਨਵਾਦੀ ਹਾਂ ਜੀ ਜੀ ਹਾਂ, ਜਿਨ੍ਹਾਂ ਨੇ ਏਡੀ ਵੱਡੀ ਜਿੱਦਾਂ ਹਾਂਜੀ। ਜਿਹੜੀ ਰਾਸ਼ੀ ਦਾਨ ਕੀਤੀ ਹੈ ਬਿਲਕੁਲ ਭੇਜੀ ਜੀ ਹੈ ਬਿਲਕੁਲ, ਹਾਂਜੀ ਤੇ ਹੁਣ ਗੱਲ ਕਰਦੇ ਹਾਂ ਜੀ ਜਗਦੀਪ ਸੋਤਾ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਹੈ ਜੀ ਕੈਲਗਰੀ ਹਾਂਜੀ ਤੋਂ ਹਾਂਜੀ ਤੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਵਿੱਚ ਉਹਨਾਂ ਨੇ ਬੋਲੇ ਆ ਜੀ ਜੀ ਭਾਜੀ ਜਗਦੀਪ ਸੋਤਾ ਆਪਣੇ ਕੈਲਗਰੀ ਸਕਾਈਵਿਊ ਤੋਂ ਮੈਂਬਰ ਪਾਰਲੀਮੈਂਟ ਨੇ ਜੀ ਇਸ ਟਾਈਮ ਠੀਕ ਹੈ ਜੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਠੀਕ ਹੈ ਜੀ ਅੱਜ ਜਿਹੜਾ ਉੱਥੇ ਇਜਲਾਸ ਚੱਲਦਾ ਸੀ ਉਹਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਠੀਕ ਹੈ ਜੀ ਜਿੱਥੇ ਵਧਾਈ ਦਿੱਤੀ ਆ ਉੱਥੇ ਸਿੱਖ ਸੰਗਤਾਂ ਨੂੰ ਵੀ ਬੜੀ ਸ਼ਲਾਘਾ ਕੀਤੀ ਆ ਵੀ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਹਾਂਜੀ ਜਿਹੜੇ ਕੋਵਿਡ ਦੇ ਦੌਰਾਨ ਸੇਵਾਵਾਂ ਨਿਭਾ ਰਹੇ ਨੇ ਬਿਲਕੁਲ ਜੀ ਠੀਕ ਹੈ ਜੀ ਵੱਖ-ਵੱਖ ਥਾਵਾਂ ਤੇ ਜਾ ਕੇ ਲੰਗਰ ਉਹਨਾਂ ਨੇ ਮੁਹੱਈਆ ਕਰਵਾਇਆ ਹਾਂਜੀ ਗੁਰਦੁਆਰਾ ਦਸ਼ਮੇਸ਼ ਕਲਚਰ ਦੀ ਪ੍ਰਬੰਧਕ ਕਮੇਟੀ ਜਿੱਦਾਂ ਲਾ ਲਓ ਜਾਂ ਹਾਂਜੀ। ਹੋਰ ਨਾਲ ਸੰਸਥਾਵਾਂ ਹਾਂਜੀ ਜਾਂ ਵਲੰਟੀਅਰ ਸਟੂਡੈਂਟ ਲਾ ਲਓ ਇੰਟਰਨੈਸ਼ਨਲ ਸੀਗੇ ਹਾਂਜੀ ਹਾਂਜੀ ਤੇ ਉਹਨਾਂ ਨੇ ਇਹ ਗੱਲ ਕੀਤੀ ਹੈ ਜੀ ਉਹਨਾਂ ਨੇ ਇੱਕ ਸਾਨੂੰ ਮੈਸੇਜ ਭੇਜਿਆ ਭਾਜੀ ਠੀਕ ਹੈ ਜੀ। ਜਿਹੜਾ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਬੋਲਿਆ ਠੀਕ ਹੈ ਜੀ ਤੇ ਉਹ ਵੀ ਆਪਾਂ ਆਪਣੇ ਹੁਣ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਠੀਕ ਹੈ ਜੀ ਜੀ Mr. Speaker, today Sikhs across the world are celebrating Guru Nanak Dev Ji's birthday, the founder of Sikh religion. The Sikh religion was established during a time of political upheaval and societal divides. Guru Nanak Dev Ji fought to uplift people regardless of religion, class, gender, caste, or race by imploring non-oppositional ways of living with one another. The passion and commitment that Sikhs in all walks of life display across Canada stems from his teachings. We believe in strength and equality in the face of adversity. Mr. Speaker, in my own community and across Canada, we saw Sikhs open their kitchens to ensure that our frontline workers had access to food and basic needs during the pandemic. This is exactly what Guru Nanak Dev Ji teachings are, and we continue to live by those teachings. From the Conservative Party of Canada, we wish everyone happy Gurpurv. Conservative Party ਵੱਲੋਂ ਸਾਰੇ ਸਿੱਖ ਜਗਤ and ਸਾਰੇ ਸੰਸਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਵਧਾਈਆਂ। ਇਹ ਸਨ ਜੀ ਜਗਦੀਪ ਜੈਕ ਸਹੋਤਾ ਮੈਂਬਰ ਪਾਰਲੀਮੈਂਟ ਜਿਹੜੇ ਹਲਕਾ ਸਕਾਈਵਿਊ ਕੈਲਗਰੀ ਤੋਂ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਸੰਦੇਸ਼ ਪੜ੍ਹਿਆ ਤੇ ਸਮੂਹ ਸੰਗਤ ਨੂੰ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਬੈਠੇ ਉਹਨਾਂ ਨੇ ਜ਼ਰੂਰ ਸਾਨੂੰ ਦੇਖਿਆ ਹੋਊਗਾ ਵੀ ਵਧਾਈ ਦਿੱਤੀ ਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਜਿਹੜੇ ਉਹਨਾਂ ਦੇ ਅੱਜ ਜਨਮ ਦਿਨ ਆ ਪ੍ਰਕਾਸ਼ ਪੁਰਬ ਆ ਉਹਦੇ ਸੰਬੰਧ ਦੇ ਵਿੱਚ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਅੱਗੇ ਹਾਂਜੀ ਬਿਲਕੁਲ ਜੀ ਹੁਣ ਆਪਾਂ ਤਾਂ ਸਾਹਿਬ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਜੀ। ਤੇ ਆਪਾਂ ਹੁਣ ਗੱਲ ਕਰਦੇ ਹਾਂ ਜੀ ਕੋਵਿਡ ਦੇ ਵਿੱਚ ਜਿਹੜੇ ਨਵੇਂ ਅੰਕੜੇ ਆ ਜੀ ਭਾਜੀ ਜਿੱਦਾਂ ਪਰਸੋਂ ਥੋੜੀ ਜਿਹਾ ਜ਼ਿਆਦਾ ਸੀ 1600 ਤੋਂ ਉੱਪਰ ਸੀ ਕੱਲ ਹਾਂਜੀ। ਥੋੜੀ ਜਿਹਾ ਘਟ ਆ ਗਿਆ ਹਾਂਜੀ। ਅੱਜ ਫੇਰ 1700 ਤੋਂ ਉੱਪਰ ਚੱਲ ਗਿਆ ਜੀ ਠੀਕ ਹੈ ਜੀ 1733 ਜਿਹੜੇ ਨਵੇਂ ਕੇਸ ਆਏ ਆ ਜੀ ਅਲਬਰਟ ਜਾਂ ਤਾਂ ਇਹ ਜਿਹੜਾ ਬਲੈਕ ਫਰਾਈਡੇ ਸੀ ਉਹਨੂੰ ਬਲੈਕ ਨੂੰ ਰੈੱਡ ਕਰ ਦਿੱਤਾ ਲੋਕਾਂ ਨੇ ਛੇਤੀ ਹਾਂਜੀ ਹਾਂਜੀ ਕਿਉਂਕਿ ਮੈਂ ਸੋਚਦਾ ਵੀ ਜਿਹੜੀ Shopping ਬਾਹਲੀ ਕਰ ਲਈ ਫਿਰ। ਸ਼ਾਪਿੰਗ ਜ਼ਿਆਦਾ ਹਜੇ ਤਾਂ ਕ੍ਰਿਸਮਸ ਆਉਣੀ ਜੀ ਆ ਫੇਰ ਹਿਸਾਬ ਤਾਂ ਫੇਰ ਤਾਂ ਭਾਜੀ ਜ਼ਿਆਦਾ ਹੋ ਜੂ ਹਾਂਜੀ ਹਾਂਜੀ ਇਸ ਕਰਕੇ ਹੁਣ ਜਿਹੜੇ ਟੋਟਲ ਕੇਸ ਹੋ ਗਿਆ ਜੀ 58177 ਹੋ ਗਿਆ ਭਾਜੀ ਠੀਕ ਹੈ ਜੀ ਤੇ ਜਿਹੜੇ 1733 ਉਹ ਨਵੇਂ 24 ਘੰਟਿਆਂ ਦੇ ਕੇਸ ਆ ਜੀ ਹੁਣ ਠੀਕ ਹੈ ਜੀ ਤੇ ਜਿਹੜੇ ਤੰਦਰੁਸਤ ਹੋਇਆ ਜੀ 41182 ਹੋ ਗਏ ਆ ਹਾਂਜੀ ਇਸ ਦੇ ਨਾਲ ਹੀ ਜਿਹੜੀਆਂ ਹੁਣ ਤੱਕ ਡੈਥ ਹੋ ਚੁੱਕੀਆਂ ਅਲਬਰਟਾ ਦੇ ਵਿੱਚ 500 ਤੇ 41 ਹੋ ਚੁੱਕੀਆਂ ਵੀਰ ਜੀ ਠੀਕ ਹੈ ਜੀ ਤੇ ਜਿਹੜੇ ਹੁਣ ਐਕਟਿਵ ਕੇਸ ਆ ਜੀ 16454 ਨੇ ਠੀਕ ਹੈ ਜੀ ਹਸਪੀਟਲ ਦੇ ਵਿੱਚ 453 ਕੇਸ ਨੇ ਹਾਂਜੀ ਤੇ 96 ਜਿਹੜੇ ਆ ਉਹ ਆਈਸੀਯੂ ਦੇ ਵਿੱਚ ਦਾਖਲ ਨੇ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਗੁਰੂ ਮਹਾਰਾਜ ਅੱਗੇ ਵੀ ਉਹ ਸਾਰੇ ਤੰਦਰੁਸਤ ਹੋ ਗਏ ਆਪਣੇ ਆਪਣੇ ਘਰਾਂ 'ਚ ਘਰਾਂ ਜਾਣ ਬਿਲਕੁਲ ਜੀ ਠੀਕ ਆ ਜੀ ਆਪਣੇ ਪਰਿਵਾਰ 'ਚ ਰਾਜੀ ਖੁਸ਼ੀ ਰਹਿਣ ਬਿਲਕੁਲ ਜੀ ਬਿਲਕੁਲ ਤੇ ਬੇਨਤੀ ਫਿਰ ਉਹੀ ਕਰਦੇ ਆ ਵੀ ਭਾਈ ਕੇਸ ਵੱਧ ਰਹੇ ਆ ਤੇ ਜਿੰਨਾ ਆਪਣੇ ਆਪ ਦਾ ਧਿਆਨ ਰੱਖ ਸਕਦੇ ਆ ਆਪਣੇ ਪਰਿਵਾਰਾਂ ਦਾ ਧਿਆਨ ਰੱਖ ਸਕਦੇ ਆ ਜਿੱਥੇ ਤੁਹਾਨੂੰ ਲੋੜ ਆ ਉੱਥੇ ਜਾਓ ਜੇ ਬਿਲਕੁਲ ਨਹੀਂ ਜੀ। ਲੋੜ ਤਾਂ ਭਾਜੀ ਘਰ ਲੈ ਲਓ ਅਸੀਂ ਜਿੱਦਾਂ ਭਾਜੀ ਰੋਜ਼ ਇਹ ਗੱਲ ਕਹਿੰਦੇ ਆ ਹਾਂਜੀ, ਹਾਂਜੀ। ਆਪਾਂ ਤੁਸੀਂ ਸਾਰੇ ਸਿਆਣੇ ਆ ਜੀ
ਪੜ੍ਹੇ ਲਿਖੇ ਆ ਬਿਲਕੁਲ ਤੇ ਤੁਹਾਨੂੰ ਹੁਣ ਇਹ ਤਾਂ ਆਪਣੀ ਫੈਮਿਲੀ ਦਾ ਸਾਨੂੰ ਸਾਰਿਆਂ ਨੂੰ ਜਿੱਦਾਂ ਅਸੀਂ ਕਹਿੰਦੇ ਆ ਕਿ ਫਿਕਰ ਆ ਜੀ ਭਾਜੀ ਤੇ ਆਪਣਾ ਜਿਹੜਾ ਫਿਕਰ ਆ ਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਨੂੰ ਸਾਰਿਆਂ ਨੂੰ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਹੈ ਜੀ ਤਾਂ ਸਭ ਉਹਨਾਂ ਦਾ ਸਾਨੂੰ ਐਜ਼ ਇਟ ਇਜ਼ ਇਨ ਬਿਨ ਪਾਲਣ ਕਰਨਾ ਚਾਹੀਦਾ ਤਾਂ ਕਿ ਜੇ ਭਾਜੀ ਉਹ ਇਨ ਬਿਨ ਪਾਲਣਾ ਕਰਨਗੇ ਹਾਂਜੀ ਤੇ ਤਾਂ ਹੀ ਫਾਇਦਾ ਆ, ਜੇ ਨਾ ਕਰਨਗੇ ਤਾਂ ਫਿਰ ਤਾਂ ਨੁਕਸਾਨ ਤਾਂ ਹੈਗਾ ਹੀ ਹੈ ਜੀ। ਨੁਕਸਾਨ ਤਾਂ ਸਭ ਮੁੜ ਕੇ ਫਿਰ ਉਹ ਜਿਹੜਾ ਹੈਗਾ ਆਪਣੇ ਆਪਾਂ ਲਾਕਡਾਊਨ ਦੀ ਗੱਲ ਕਰਦੇ ਹਾਂ ਜੀ ਹਾਂਜੀ ਹਾਂਜੀ ਤੇ ਉਹਨਾਂ ਇਕਨੋਮੀ ਤਾਂ ਦੇਖੋ ਇੱਕ ਪਾਸੇ ਅਸੀਂ ਕਹਿੰਦੇ ਸਾਡੀ ਇਕਨੋਮੀ ਹਰਟ ਹੋ ਰਹੀ ਆ ਜੀ, ਉਹ ਹੋ ਰਹੀ ਹੈ ਨੋ ਡਾਊਟ। ਕੋਵਿਡ ਤਾਂ ਆਪਣੀ ਥਾਂ ਆ ਪਰ ਉਹਦੇ 'ਚ ਜਿਹੜਾ ਆਪਣਾ ਸਾਡਾ ਯੋਗਦਾਨ ਹੈ ਅਸੀਂ ਪਾ ਰਹੇ ਉਹਨੂੰ ਆਪਾਂ ਘਟਾਈਏ ਹਾਂਜੀ ਹਾਂਜੀ ਤੇ ਬੰਦ ਕਰੀਏ, ਬੇਸਿਕਲੀ ਘਟਾਈਏ ਨਾ, ਉਹਨੂੰ ਬੰਦ ਹੀ ਕਰੀਏ ਤਾਂ ਕਿ ਜਿਹੜੇ ਕੇਸ ਆ ਉਹ ਜਿਹੜੀ ਲਾਈਫ ਆ ਬੈਕ ਟੂ ਨਾਰਮਲ ਹੋ ਸਕੇ। ਹਾਂਜੀ ਹਾਂਜੀ ਤੇ ਹੁਣ ਆਪਾਂ ਤਾਂ ਹਮੇਸ਼ਾ ਸਮਾਂ ਯਾਦ ਨਹੀਂ ਹੁੰਦਾ। ਦੋ ਸਨੇਹੇ ਆ ਜੀ। ਹਾਂਜੀ ਇੱਕ ਪੀਐਨਜੀ ਐਕਸਾਵੇਟਿੰਗ ਵਾਲੇ ਆਪਣੇ ਗੁਰਮੀਤ ਗਿੱਲ ਹੁਣੀ, ਉਹਨਾਂ ਨੇ ਵੀ ਸਾਨੂੰ ਲਿਖਤੀ ਮੈਸੇਜ ਕੀਤਾ ਜੀ ਬਈ ਵਧਾਈ ਦਿੱਤੀ ਆ ਸੰਗਤ ਨੂੰ। ਠੀਕ ਹੈ ਜੀ। ਜਿਹੜੇ ਸਾਡੇ ਦਰਸ਼ਕ ਆ ਹਾਂਜੀ ਬਈ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਇਦਾਂ ਹੀ ਪਾਲੀ ਵਿਰਕ ਹੋਣੀ ਆ। ਠੀਕ ਹੈ ਜੀ। ਜਿਹੜੇ ਆਪਣੇ ਕੁਆਲਿਟੀ ਟਰਾਂਸਮਿਸ਼ਨ ਤੋਂ ਆ ਜੀ। ਹਾਂਜੀ ਹਾਂਜੀ ਤੇ ਨਾਲ ਭਾਜੀ ਆਪਣੇ ਜੈਗ ਦੁੱਗਲ ਹੁਣੀ ਹੈਗੇ ਆ। ਠੀਕ ਹੈ ਜੀ। ਉਹਨਾਂ ਨੇ ਵੀ ਤੇ ਬਾਕੀ ਮਨਦੀਪ ਦੁੱਗਲ ਆ, ਉਹਨਾਂ ਦੇ ਵੱਡੇ ਭਾਈ ਸਾਹਿਬ ਆ ਤੇ ਸੋਨੀਆ ਦੁੱਗਲ ਆ, ਜਿਹੜੇ ਸਾਡੇ ਸਪਾਂਸਰ ਆ, ਉਹਨਾਂ ਦੇ ਸਾਰਿਆਂ ਦੇ ਮੈਸੇਜ ਆ ਗਏ। ਠੀਕ ਹੈ ਜੀ। ਉਹਨਾਂ ਦੀ ਰਿਕਾਰਡਿੰਗ ਕਰਨੀ ਸੀਗੀ ਜਿੱਦਾਂ ਮੈਸੇਜ ਦੇਣਾ ਸੀਗਾ। ਹਾਂਜੀ ਹਾਂਜੀ। ਪਰ ਉਹਨਾਂ ਕੋ ਕੁਝ ਟਾਈਮ ਰਜੇਵੇਂ ਜਿੱਦਾਂ ਮੰਨ ਲਓ ਇੰਨੇ ਕਿ ਸੀਗੇ ਵੀ ਨਹੀਂ ਹੋ ਸਕਦੇ, ਜਾਂ ਹਰ ਬੰਦਾ ਥੋੜਾ ਜਿਹਾ ਡਰਦਾ ਵੀ ਆ ਜੀ। ਹਾਂਜੀ ਹਾਂਜੀ ਠੀਕ ਹੈ ਨਾ ਜੀ। ਰਵਿੰਦਰ ਗੋਤਰਾ ਸਾਹਿਬ ਵੀ ਹੈਗੇ ਸਾਡੇ, ਉਹਨਾਂ ਨੂੰ ਵੀ ਬੇਨਤੀ ਆ ਵੀ ਅੱਗੇ ਤੋਂ ਟਾਈਮ ਜ਼ਰੂਰ ਕੱਢਿਆ ਕਰਨ। ਠੀਕ ਹੈ ਜੀ। ਜਾਨੀ ਕਿ ਜਿੰਨੇ ਸਾਡੇ ਸਪਾਂਸਰ ਹਲੇ ਚੱਲ ਰਹੇ ਆ। ਹਾਂਜੀ ਹਾਂਜੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਤੋਂ ਜੋਤੀ ਸਿੱਧੂ ਹੁਣੀ ਹੈਗੇ, ਭਾਜੀ ਜਗਦੀਪ ਹੁਣੀ ਆ। ਠੀਕ ਹੈ ਜੀ। ਤੇ ਆਪਣੇ ਗਰੇਵਾਲ ਸਾਹਿਬ ਹੈਗੇ ਆ, ਪਾਲ ਭਾਜੀ। ਠੀਕ ਹੈ ਜੀ। ਇਹ ਸਾਰੇ ਭਰਾ ਸਾਡੇ ਸਾਰੇ ਵਧਾਈ ਦਿੰਦੇ ਆ ਆਪਣੇ ਸਾਡੇ ਦਰਸ਼ਕਾਂ ਨੂੰ। ਸਿੱਧੂ ਪੇਂਟਿੰਗ ਤੋਂ ਹੈਗੇ ਜੀ ਆਪਣੇ ਦਰਸ਼ਨ ਸਿੱਧੂ ਸਾਹਿਬ। ਠੀਕ ਹੈ ਜੀ। ਠੀਕ ਹੈ ਜੀ। ਇਹ ਤਕਰੀਬਨ ਸਾਰਿਆਂ ਨਾਲ ਮੇਰੀ ਗੱਲ ਹੋ ਗਈ ਸੀਗੀ। ਠੀਕ ਹੈ ਜੀ। ਲੇਕਿਨ ਸਿਰਫ ਇੱਕੋ ਹੀ ਸੀ ਵੀ ਸਾਰਿਆਂ ਨੂੰ ਇੱਕ ਤਾਂ ਮਿਲਣਾ। ਸਤਵਿੰਦਰ ਸਿੰਘ ਗੋਤਰਾ ਜੀ ਆ, ਫਾਈਨੈਂਸ਼ੀਅਲ ਐਡਵਾਈਜ਼ਰ ਆ ਸਾਡੇ। ਠੀਕ ਹੈ ਜੀ। ਠੀਕ ਹੈ ਜੀ। ਉਹਨਾਂ ਨਾਲ ਵੀ ਗੱਲਬਾਤ ਹੋਈ ਆ। ਠੀਕ ਹੈ ਜੀ। ਯਾਨੀ ਜਿੰਨੇ ਕਿ ਸਾਡੇ ਸਾਰੇ ਸਪਾਂਸਰ ਆ, ਸਿਟੀ ਵੈਸਟ ਆਟੋ ਤੋਂ ਹਰਵੰਸ ਮੱਲ ਜੀ ਆ, ਹਰਪ੍ਰੀਤ ਹੁਣੀ ਆ, ਉਹਨਾਂ ਨੇ ਵੀ ਸਾਡੇ ਜਿਹੜੇ ਦਰਸ਼ਕ ਆ ਸੰਗਤ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਹਾਂਜੀ ਹਾਂਜੀ ਜਿਹੜੀ ਆ ਵਧਾਈ ਦਿੱਤੀ ਹੈ। ਬਿਲਕੁਲ ਜੀ ਬਿਲਕੁਲ। ਠੀਕ ਹੈ ਜੀ। ਇਸੇ ਤਰ੍ਹਾਂ ਕੈਲਗਰੀ ਵੈਸਟ ਬਾਏ ਤੋਂ ਸਾਡੇ ਭਾਈ ਸਾਹਿਬ ਹੈਗੇ ਆ ਜੀ ਕਰਮਪਾਲ ਸਿੱਧੂ ਸਾਹਿਬ। ਹਾਂਜੀ। ਉਹਨਾਂ ਨੇ ਵੀ ਕਿਹਾ ਵੀ ਸਾਡਾ ਵੀ ਸੁਨੇਹਾ ਜਿਹੜਾ ਆ ਸੰਗਤ ਨੂੰ ਜ਼ਰੂਰ ਦਿਓ। ਠੀਕ ਹੈ ਜੀ। ਠੀਕ ਹੈ ਜੀ। ਬਾਕੀ ਇਹ ਆ ਵੀ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਤੋਂ ਮਨਿੰਦਰ ਸਿੰਘ ਢਿੱਲੋਂ ਸਾਹਿਬ ਹੈਗੇ ਆ। ਠੀਕ ਹੈ ਜੀ। ਤੇ ਉਹ ਅੱਜ ਗੁਰਦੁਆਰਾ ਸਾਹਿਬ ਮਿਲੇ ਵੀ ਸੀਗੇ। ਠੀਕ ਹੈ। ਠੀਕ ਹੈ ਜੀ। ਤੇ ਉਹਨਾਂ ਨੇ ਵੀ ਵਧਾਈ ਦਿੱਤੀ ਆ ਸਾਡੇ। ਤੇ ਹਰਪਿੰਦਰ ਸਿੱਧੂ ਸਾਹਿਬ ਹੈਗੇ ਸਾਡੇ ਪੰਜਾਬ ਇੰਸ਼ੋਰੈਂਸ ਤੋਂ। ਠੀਕ ਹੈ। ਉਹਨਾਂ ਨੇ ਵੀ ਅੱਜ ਉਹਨਾਂ ਨੂੰ ਵੀ ਮੈਂ ਮਿਲਿਆ ਸੀ। ਠੀਕ ਹੈ। ਜਾਨੀ ਤਕਰੀਬਨ ਮਿਲ ਸਾਰਿਆਂ ਨੂੰ ਗਿਆ, ਪਰ ਥੋੜਾ ਜਿਹਾ ਟਾਈਮ ਦੀ ਘਾਟ ਸੀਗੀ। ਹਾਂਜੀ। ਤੇ ਹੈਰੀ ਮਾਨ ਹੁਣੀ ਆ, ਇੱਕ ਰਜੀਵ ਸ਼ਰਮਾ ਜੀ ਆ, ਉਹ ਵੀ ਰੈਲਟਰ ਆ ਸਾਡੇ ਜਿੱਦਾਂ ਭਾਜੀ। ਤੇ ਉਹਨਾਂ ਦਾ ਵੀ ਬਿਜ਼ਨਸ ਸਾਡੇ ਨਾਲ ਚੱਲ ਰਿਹਾ। ਤੇ ਮੈਂ ਦੇਖਦਾ ਵੀ ਤਕਰੀਬਨ ਇੰਡੀਅਨ ਰੈਸਟੋਰੈਂਟ ਤੋਂ ਹਰਨੇਕ ਹਾਂਜੀ ਆਪਣੇ ਮੁੰਡਾ ਹੈਗਾ ਡੰਬੋਗੇ ਵਾਲਾ। ਠੀਕ ਹੈ ਜੀ। ਤੇ ਉਹ ਵੀ ਰੈਸਟੋਰੈਂਟ ਵਾਲਿਆਂ ਨੇ ਵੀ ਕਿਹਾ ਸੀਗਾ ਵੀ ਭਾਈ ਸਾਡੇ ਵੱਲੋਂ ਜ਼ਰੂਰ ਸ਼ੇਅਰ ਕਰ ਦਿਓ ਵਧਾਈਆਂ। ਬਿਲਕੁਲ ਜੀ ਬਿਲਕੁਲ। ਲੇਕਿਨ ਮੈਂ ਕਹਿੰਦਾ ਵੀ ਮੈਂ ਸਾਰਿਆਂ ਦਾ ਹੀ ਧੰਨਵਾਦੀ ਆ। ਬਿਲਕੁਲ। ਜਿਹੜਾ ਬੰਦਿਆਂ ਨੇ ਸਾਡੇ ਤੇ ਅਪਰੋਚ ਕੀਤੀ ਆ। ਬਿਲਕੁਲ। ਸਵਰਨ ਸਿੱਧੂ ਆ ਪੀਐਨਜੀ ਤੋਂ ਜਿੱਦਾਂ ਹਨਾ ਜੀ, ਆਪਣੇ ਨਾਲ ਗੁਰਮੀਤ ਗਿੱਲ ਹੋਣਾ ਦੇ ਨਾਲ। ਠੀਕ ਹੈ। ਤੇ ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਪ੍ਰੋਗਰਾਮ ਕਰਦੇ ਆ। ਬਿਲਕੁਲ ਜੀ। ਠੀਕ ਹੈ ਨਾ ਜੀ। ਤੇ ਅਖੀਰ ਦੇ ਵਿੱਚ ਹੁਣ ਅਸੀਂ ਲਈਏ ਆਗਿਆ ਜੀ। ਬਿਲਕੁਲ ਜੀ ਬਿਲਕੁਲ। ਜਿੱਦਾਂ ਅਖੀਰ 'ਚ ਸਾਰਿਆਂ ਨੂੰ ਬੇਨਤੀ ਕਰੀਦੀ ਆ ਵੀ ਖੁਸ਼ ਰਿਹਾ ਕਰੋ ਤੇ ਹੋਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਸਮਾਂ ਇਦਾਂ ਦਾ ਆ ਵੀ ਇੱਕ ਦੂਜੇ ਦਾ ਖਿਆਲ ਜ਼ਰੂਰ ਰੱਖੋ। ਬਿਲਕੁਲ ਬਿਲਕੁਲ। ਜੇ ਤੁਹਾਨੂੰ ਕੋਈ ਨਹੀਂ ਮਿਲਦਾ ਜਾਂ ਤੁਹਾਡਾ ਫੋਨ ਨਹੀਂ ਚੱਕਦਾ ਤੇ ਉਹਦੇ ਬਾਰੇ ਜ਼ਰੂਰ ਪਤਾ ਕਰੋ ਵੀ ਢਿੱਲਾ ਮੱਸਾ ਤਾਂ ਨਹੀਂ। ਹਾਂਜੀ ਬਿਲਕੁਲ ਜੀ। ਜੇ ਤੁਸੀਂ ਉਹਦੀ ਮਦਦ ਕਰ ਸਕਦੇ ਆ ਤਾਂ ਜ਼ਰੂਰ ਕਰੋ। ਬਿਲਕੁਲ ਜੀ। ਅੱਜ ਸਪੈਸ਼ਲੀ ਇਹਨਾਂ ਦਿਨਾਂ 'ਚ ਤਾਂ ਸਾਨੂੰ ਜ਼ਰੂਰ ਇੱਕ ਦੂਜੇ ਨੂੰ ਫੋਨ ਤੇ ਇੱਕ ਦੂਜੇ ਦਾ ਹਾਲ ਚਾਲ ਜਿਹੜਾ ਉਹ ਪੁੱਛਦੇ ਰਹਿਣਾ ਚਾਹੀਦਾ। ਸੋ ਇਹਦੇ ਨਾਲ ਹੀ ਪ੍ਰੋਗਰਾਮ ਸਮਾਪਤ ਕਰਨ ਦੀ ਆਗਿਆ ਦਿਓ ਜੀ। ਤੁਸੀਂ ਦੇਖਦੇ ਰਹੋ ਏਸ਼ੀਆ ਟੀਵੀ ਤੇ ਕੱਲ ਤੱਕ ਲਈ ਤੁਹਾਡਾ ਸਾਡਾ ਰੱਬ ਰੱਖਾ ਤੇ ਧੰਨਵਾਦ। ਸਤਿ ਸ਼੍ਰੀ ਅਕਾਲ। ਵਾਹ। ਅਜੇ